ਦੋਸਤੋ ਮੰਡੀਆਂ ਦੇ ਵਿੱਚ ਤੇ ਮਜ਼ਦੂਰਾਂ ਦਾ ਹਾਲ, ਕਿਸਾਨਾਂ ਦਾ ਹਾਲ, ਆੜ੍ਹਤੀਆਂ ਦੀਆਂ ਮੁਸ਼ਕਲਾਂ, ਇਹ ਸਾਰਾ ਚੈੱਕ ਕਰਨ ਵਾਸਤੇ ਤੇ ਪਿੰਡਾਂ ਦੇ ਲੋਕਾਂ ਦੇ ਵਿੱਚ ਰਾਸ਼ਨ ਦੀ ਜਿਹੜੀ ਵੰਡ ਹੋ ਰਹੀ ਹੈ ਉਹਦਾ ਜਾਇਜ਼ਾ ਲੈਣ ਵਾਸਤੇ ਜਾਂ ਕੋਈ ਦਵਾਈਆਂ ਮੈਡੀਕਲ ਐਮਰਜੈਂਸੀ ਵਾਸਤੇ ਕੋਈ ਜੇ ਨਹੀਂ ਮਿਲ ਰਹੀਆਂ ਤਾਂ ਅੱਜ ਸਾਰੇ ਸੁਨਾਮ ਤੋਂ ਸ਼ੁਰੂ ਕਰਕੇ ਅਸੀਂ ਚੀਮਾ, ਲੌਂਗੋਵਾਲ, ਬੜਬਰ, ਧਨੌਲਾ, ਬਰਨਾਲਾ, ਮਹਿਲ ਕਲਾਂ, ਸ਼ੇਰਪੁਰ ਵਗੈਰਾ ਜਾਵਾਂਗੇ ਤੇ ਰਸਤੇ 'ਚ ਪਿੰਡਾਂ ਦੇ ਵਿੱਚ ਵੀ ਰੁਕ ਕੇ ਲੋਕਾਂ ਨਾਲ ਉਹਨਾਂ ਦੀਆਂ ਮੁਸ਼ਕਲਾਂ ਸੁਣਾਂਗੇ ਤੇ ਮੰਡੀਆਂ ਦੇ ਵਿੱਚ ਵੀ ਜਿਹੜੀ ਫਸਲ ਦੀ ਜਿਹੜੀ ਭਰਾਈ ਹੈ ਉਹ ਕਿਸ ਤਰ੍ਹਾਂ ਹੋ ਰਹੀ ਹੈ, ਬਾਰਦਾਨੇ ਦੀ ਕਮੀ ਹੈ ਜਾਂ ਕੋਈ ਬੋਲੀ ਨਹੀਂ ਲੱਗ ਰਹੀ ਜਾਂ ਮੋਇਸਚਰ ਦੇ ਬਹਾਨੇ ਲਾਏ ਜਾ ਰਹੇ ਨੇ। ਸੋ ਉਸ ਸੰਬੰਧੀ ਚੈੱਕ ਕਰਨ ਵਾਸਤੇ ਅੱਜ ਫਿਰ ਮੈਂ ਚੱਲਿਆ ਤੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਾਂਗੇ ਤੇ ਮੰਡੀਆਂ ਦੇ ਵਿੱਚ ਵੀ ਜਿਹੜੇ ਨੇ ਉਹ ਜਦੋਂ ਗੱਲ ਕਰਾਂਗੇ ਤਾਂ ਇੱਕ ਸਰਟਨ ਜਿਹੜਾ ਡਿਸਟੈਂਸ ਤੇ ਖੜ ਕੇ ਗੱਲ ਕਰਾਂਗੇ ਤਾਂ ਕਿ ਸੋਸ਼ਲ ਡਿਸਟੈਂਸ ਦਾ ਵੀ ਪਾਲਣਾ ਹੋ ਜੇ, ਸਮਾਜਿਕ ਦੂਰੀ ਦੀ ਤੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣ ਲਈਆਂ ਜਾਣ ਗਰਾਊਂਡ ਤੇ। ਬਹੁਤ ਬਹੁਤ ਮਿਹਰਬਾਨੀ। ਹਾਂਜੀ ਸੈਨੀਟਾਈਜ਼ਰ ਹੈ दोनों साइड से 3 वॉश बेसिन ने एट ए टाइम 6 बंदे उसके हाथ में सकते हैं बर्तन की इंस्टॉल की ये 2020 की जैसा इसकी रहने से छोटी है कोई इशू नहीं सर ऐसा सारा मंडी अच्छी तरह खान मार्केट है, FCI भी है, पंजीन है, पंजीन का ज़्यादा है। कल शाम को लिफ्टिंग कर नहीं सर मैनेजमेंट ही ऊपर चल रही है। ਟੈਂਡਰਾਂ ਵਾਲੇ ਕਹਿੰਦੇ ਵੀ ਸਾਡੇ ਕੋਲ ਤਾਂ ਸਾਨੂੰ ਵੱਧ ਮਾਲ ਆ ਗਏ ਪਰ ਅਸੀਂ ਭਰਾਂਗੇ ਤਾਂ ਉਹਦੀ ਜਿੰਨਾ ਸਾਨੂੰ ਗੌਰਮੈਂਟ ਨੇ ਲਾਊਗੀ ਪਰ ਜੇ ਅੰਦਰ ਆ ਕੇ ਟੈਂਡਰ ਦੇ ਤਾਂ ਸੇਫ ਹੋਊਗਾ ਤੇ ਕਿਸਾਨ ਉਹਦੀ ਆਪ ਹੀ ਉਹਦੀ ਰਾਖੀ ਨਹੀਂ ਕਰ ਸਕਦਾ ਬਜਾਏ ਕਿ ਕਿਸਾ ਰੱਖੀ ਹੁੰਦੀ ਹੈ ਜਾਂ ਸੈਲਰਾਂ ਉੱਪਰ ਜ਼ਿਆਦਾ ਉਹਨਾਂ ਕੋਲ ਸਪੇਸ ਹੈਗੀ ਉਹਨਾਂ ਦੀ ਹੋਈ ਹੈ ਲਾਖੋ ਪਰ ਉਹ ਜਿੰਨਾ ਬਾਰਦਾਨਾ ਮਿਲੂਗਾ हाँ ये मैं होता था जरूरी नहीं कि वो सिर्फ कूपन जिन्होंने बात भी रख सकते हैं बट बारदाना जितना मिलेगा फिर वो थोड़ा ਜਿਹੜੇ ਵੱਡੇ ਨੇ ਉਹ ਹੁਣ ਸਿਸਟਮ ਅਜੇ ਸਟਾਰਟ ਹੋਇਆ 2-3 ਦਿਨ ਹੋਏ 15 ਤੋਂ ਚੱਲ ਪਹਿਲੇ ਇੱਕ ਦੋ ਪ੍ਰੋਬਲਮ ਰਹੀ ਹੈ ਨਹੀਂ ਅਜੇ ਵੀ ਥੋੜੀ ਜਿਹੀ ਹੈਗੀ ਅੱਜ ਥੋੜੀ ਜਿਹੀ ਹੈਗੀ ਸੀ ਪਰ ਅੱਜ ਲਗਭਗ 100 ਹੋ ਗਈ ਉਹ ਕਹਿੰਦੇ ਵੀ ਜਿਹੜੇ ਅੱਗੇ ਜਾਣਗੇ ਅਸੀਂ 10 ਵੀ ਕਰ ਦਾਂਗੇ। नहीं देखो एक कल मैं कौरिया मंडी से कोई एक जिमीदार है अपना आड़ती है उन्हें नवा लाइसेंस है ਹਾਂਜੀ ਉਹਦੇ ਕੋਲ ਉਹਨੂੰ ਹਜੇ ਤੱਕ ਕਹਿੰਦਾ ਮੈਨੂੰ ਇੱਕ ਵੀ ਨਹੀਂ ਮਿਲੇ ਜੀ ਕਹਿੰਦਾ ਫਿਰ ਮੇਰੀ ਨਾ ਤਾਂ ਲੇਬਰ ਖੜਦੀ ਹੈ ਮੇਰੇ ਕੋਲ ਤੇ ਮੇਰੀ ਨਾ ਕੋਈ ਆੜਤਾ ਉਹ ਜਿਹੜੇ 4 ਜ਼ਿਮੀਦਾਰ ਨਵੇਂ ਲੱਗੇ ਨੇ ਉਹ ਵੀ ਉਹਨੂੰ ਹਾਂ ਫਿਰ ਉਹ ਥੋੜਾ ਜਿਹਾ ਇਹ ਵੀ ਤਾਂ ਖਿਆਲ ਰੱਖਣਾ ਪਊਗਾ ਨਾ ਪਰ ਉਹੀ ਕਰਿਆ ਅੱਜ ਅਸੀਂ ਨਾ ਰਾਤ ਗੱਲ ਹੋਈ ਸੀ ਉਹਨਾਂ ਨੇ GDS ਸਾਹਿਬ ਨਾਲ ਉੱਪਰ ਕਰੀ ਸੀ ਹਾਂ ਉਹ ਕਹਿੰਦਾ ਵੀ ਜਿਨ੍ਹਾਂ ਨੂੰ 3-4 ਵਾਰੀ ਮਿਲ ਗਏ ਹਾਂ ਜਾਂ ਜਿਨ੍ਹਾਂ ਕੋਲੇ ਲੈਸ ਹੋ ਰਹੇ ਨੇ ਅਰਾਈਵਲ ਨਹੀਂ ਹੈਗੀ ਕਈ ਵਾਰੀ ਕਿਤੇ ਜਨਰੇਟ ਜ਼ਿਆਦਾ ਹੋ ਤੁਸੀਂ ਉਹਨਾਂ ਦੇ ਰੋਕ ਕੇ ਉਹਨਾਂ ਨੂੰ ਦੇ ਦਿਓ ਵੀ ਜਿਨ੍ਹਾਂ ਨੂੰ ਅੱਜ ਤੱਕ ਕੋਈ ਪਾਸ ਜਨਰੇਟ ਨਹੀਂ ਹੋਇਆ ਨਹੀਂ ਫਿਰ ਉਹ ਤਾਂ ਬਿਲਕੁਲ ਹੀ ਮਾਰਿਆ ਗਿਆ ਨਾ ਹਾਂਜੀ ਉਹ ਅੱਜ ਉਹ ਕਹਿੰਦਾ ਨਾ ਤਾਂ ਮੇਰੇ ਕੋਲ ਲੇਬਰ ਖੜੂਗੀ ਸਹੀ ਗੱਲ ਹੈ ਵੀ ਤੇਰੇ ਕੋਲ ਤਾਂ ਕੰਮ ਤਾਂ ਨਹੀਂ ਰਿਹਾ ਤੇਰੇ ਕੋਲ ਤੇ ਨਾ ਹੀ ਮੇਰੇ ਕੋਲ ਕੋਈ ਕਿਸਾਨ ਆਊਗਾ ਉਹ ਨਵਾਂ ਜ਼ਿਮੀਦਾਰ ਲੱਗਦਾ ਤਾਂ ਉਹ ਵੀ ਇਰੀਟੇਟ ਹੁੰਦਾ ਕਹਿੰਦਾ ਵੀ ਜੇ ਤੈਨੂੰ ਪਾਸ ਹੀ ਨਹੀਂ ਮਿਲਦਾ ਮੈਂ ਤਾਂ ਕਿਤੇ ਹੋਰ ਹਾਂ ਪਰ ਅੱਜ ਇਹ ਸੋਲੂਸ਼ਨ ਹੋ ਗਿਆ ਇਸ ਤਰ੍ਹਾਂ ਦਾ ਕੋਈ ਕ੍ਰਾਈਸਿਸ ਨਾ ਹੋ ਜੇ ਆੜਤੀਆਂ ਚ ਨਹੀਂ ਠੀਕ ਹੈ ਸਰ ਤੁਹਾਡੀ ਗੱਲ ਮੈਂ ਸਮਝ ਗਿਆ ਹਾਂ ਇਹ ਰੇਸ਼ੋ ਥੋੜੀ ਜਿਹੀ ਧਿਆਨ ਚ ਰੱਖ ਜੀ ਸਰ ਅਰੇ ਵੈਸੇ ਇਹ
ਜਿਹਦੇ ਤੁਸੀਂ ਕਿਵੇਂ ਕਿਹਨੂੰ ਇਹ ਘਾਟ ਤੇ ਬੜਾ ਪ੍ਰੈਸ਼ਰ ਆਉਂਦਾ ਹੋਊਗਾ ਬਹੁਤ ਵੱਡਾ ਪ੍ਰੈਸ਼ਰ ਹੈ ਸਾਰਾ ਹਾਲਾਤਾਂ ਨਾਲ ਨਿਬੜਨ ਦੇ ਬਹੁਤ ਪ੍ਰੈਸ਼ਰ ਹੈ ਬਾਅਦ ਕਿਨੂੰ ਜਾਣਾ ਇਹ ਆਰਟੀ ਉੱਤੇ ਪ੍ਰੈਸ਼ਰ ਪਰ ਇਹ ਵੈਸੇ ਸੋਚਣ ਲਈ ਇਹ ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀ ਦੀ ਸਰਕਾਰ ਨੇ ਆਪ ਦੇ ਕੋਲੋਂ ਲਾ ਕੇ ਆਰਟੀ ਜ਼ਿਮੀਦਾਰਾਂ ਦੀ ਗੱਲ ਕਰਦਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਹੈ ਕਿ ਆਪਸ ਵਿੱਚ ਨਾ ਕਲੈਸ਼ ਹੋ ਜਾਣ ਇਹਨਾਂ ਦੇ ਹੋਣਗੇ ਜੋ ਤਾਂ ਹਜੇ ਤਾਂ ਮੀਂਹ ਪਈ ਜਾਂਦਾ ਅਰਾਈਵਲ ਅਰਾਈਵਲ ਹੋਣੀ ਹੈ ਵੀ ਕਿਸੇ ਆੜਤੀ ਕੋਲੇ ਮੰਨ ਲਓ ਪਾਸ ਐਕਸਟਰਾ ਪਏ ਨੇ ਮਾਲ ਨਹੀਂ ਹੈਗਾ ਜੇ ਆਇਆ ਨਹੀਂ ਜਾਂ ਇੱਕ ਕੋਲੇ ਆਇਆ ਨਹੀਂ ਵੀ ਤੁਸੀਂ ਆਪਦੇ ਲੈਵਲ ਤੇ ਵੀ ਮੈਨੂੰ ਪੰਜ ਮਿਲ ਗਏ ਵੀ ਚਲ ਮੈਂ ਅੱਜ ਆਪਣਾ 3 ਨਾਲ ਕੰਮ ਚਲਾਇਆ ਤਾਂ ਹਾਲਾਤ ਜਦੋਂ ਇਹੋ ਜਿਹੇ ਹੋ ਗਏ ਜੀ ਵੀ ਨਾਲ ਦੇ ਦੋ ਨਰਿੰਦਰ ਜੀ ਆਏ ਦੇਖੋ ਇਹ ਲੱਖੀ ਡਰਾ ਕਰ ਲਓ ਫਿਰ 2-4% ਤਾਂ ਹੋ ਸਕਦਾ ਉਹਨਾਂ ਦੀ ਜਦੋਂ ਆਪਾਂ ਹੋਊਗਾ ਨਾ ਵੀ ਉਹਨੇ ਪੈ ਗਈਆਂ ਜਾਂ ਮੰਡੀ ਦਾ ਨਾਮ ਕਰਦੇ ਉਹਨੇ ਸਾਨੂੰ ਆਪਣੇ ਆਪ ਆਟੋਮੈਟਿਕ ਪ੍ਰੈਸ਼ਰ ਹੋਊਗਾ ਮੈਂ ਕਿਹਾ ਇਹ ਤਾਂ ਇੱਕ ਅੱਧਾ ਦਿਨ ਤਾਂ ਹੋ ਸਕਦਾ ਵੀ ਅੱਜ ਮੇਰੇ ਕੋਲ 3 ਆਏ ਤੁਹਾਡੇ ਕੋਲ 7 ਆਏ ਮੇਰੇ ਮੈਨੂੰ 2 ਬਾਅਦ ਦੇ ਦੇ ਪਰ ਜਦੋਂ 1-2 ਦਿਨਾਂ 'ਚ ਹੋਰ ਪ੍ਰੈਸ਼ਰ ਪੈ ਗਿਆ ਹੁਣ ਜਿਵੇਂ ਕੱਲ ਕਣੀਆਂ ਪੈ ਗਈਆਂ ਹੁਣ 1-2 ਦਿਨ ਤਾਂ ਸ਼ਾਇਦ ਮਾਨੋ ਤਾਂ ਹੌਲਾ ਘਾਰਾ ਹੋਊਗਾ ਉਹ ਤੋਂ ਮਗਰ ਜਦੋਂ ਇੱਕਦਮ ਪ੍ਰੈਸ਼ਰ ਪਊਗਾ ਫਿਰ ਤਾਂ ਕਿਤੋਂ ਤਾਂ ਚੱਲ ਪੈਣੀ ਹੈ ਜਿਹੜਾ ਵੱਡਾ ਜ਼ਿਮੀਦਾਰ ਹੈ ਉਹ ਤਾਂ ਘਰੇ ਸਾਂਭ ਲੂਗਾ ਛੋਟੇ ਕੋਲ ਤਾਂ ਸਾਹਮਣਾ ਵੀ ਨਹੀਂ ਹੈਗਾ ਜੀ ਕਿੱਥੇ ਸਾਂਭੂ ਵਿਚਾਰਾ ਆੜਤੀ ਮਾਨਸਿਕ ਕਰਕੇ ਦੇ ਦੇਣਾ ਉਹ ਤਾਂ ਇਹ ਜੀ ਤੁਹਾਡਾ ਕਲਾਸ ਹੈ ਮੈਂ ਸਮਝਦਾ ਆੜਤੀਆਂ ਦਾ ਐਮਪੀ ਸਾਹਿਬ ਤੁਸੀਂ ਕੰਮ ਕਰੋ ਨਾ ਮੈਡਮ ਤੁਸੀਂ ਹਰ ਰੋਜ਼ ਨਾ ਸਵੇਰੇ ਆੜਤੀਆਂ ਦੀ ਮੀਟਿੰਗ ਲਿਆ ਕਰੋ ਨਾ ਅਜੇ ਤੱਕ ਤਾਂ ਤਕਰੀਬਨ ਹੋ ਹੀ ਜਾਂਦੀ ਹੈ ਹਰ ਰੋਜ਼ ਨਹੀਂ ਹਰ ਰੋਜ਼ ਸਵੇਰੇ ਸ਼ਾਮ ਕਰੋ ਦੇਖੋ ਦਿਨ ਦੀਆਂ ਪ੍ਰੋਬਲਮਾਂ ਕਿ ਅੱਜ ਦਾ ਦਿਨ ਆ ਰਹੂਗਾ ਸ਼ਾਮ ਨੂੰ ਉਹਨਾਂ ਦੀਆਂ ਮੁਸ਼ਕਲਾਂ ਸੁਣੋ ਠੀਕ ਹੈ ਨਾ ਕਿ ਕੀ ਦਿੱਕਤ ਆ ਰਹੀ ਹੈ ਨਾ ਹੁਣ ਇਹਨਾਂ ਚ ਕਿਸਾਨਾਂ ਤੇ ਆੜਤੀਆਂ ਦੇ ਵਿੱਚ ਸਰਕਾਰ ਤਾਂ ਵਿੱਚੋਂ ਨਿਕਲ ਗਈ ਹੁਣ ਇਹਨਾਂ ਦੇ ਵਿੱਚ ਹੀ ਰਹਿੰਦੇ ਹਾਂ ਵੀ ਕੋਈ ਕਲੈਸ਼ ਦੀ ਨਾ ਕੋਈ ਗੱਲ ਆਵੇ ਨਾ ਕਿ ਮੈਨੂੰ ਵੱਧ ਮਿਲੇਗੀ ਇਹਨੂੰ ਘੱਟ ਮਿਲੇਗੀ ਇਹਦਾ ਮੇਰੇ ਨਾਲ ਮੇਰੇ ਤੋੜ ਕੇ ਇਹ ਲੈ ਕੇ ਜਾ ਰਿਹਾ ਜੀ ਇਦਾਂ ਦਾ ਨਾ ਕਲੈਸ਼ ਹੈ ਨਾ ਸੋ ਆਪਾਂ ਸਮੂਥਲੀ ਚਲਾਉਣਾ ਦੇਖੋ ਇਹ ਬਿਮਾਰੀ ਇਦਾਂ ਦੀ ਹੈ ਜਿਹੜੀ ਨਾ ਰਾਜਾ ਦੇਖਦੀ ਹੈ ਨਾ ਰੰਗ ਦੇਖਦੀ ਹੈ ਨਾਲ ਸੋਸ਼ਲ ਡਿਸਟੈਂਸ ਵੀ ਬਣਾ ਕੇ ਰੱਖੀ ਠੀਕ ਹੈ ਨਾ ਸੋ ਤੇ ਬਾਕੀ ਕਿੰਨੇ ਕੁ % ਹੋਊਗਾ ਕਿ ਜਿਹੜੀਆਂ ਢੇਰੀਆਂ ਮੋਇਸਚਰ ਕਰਕੇ ਰੁਕੀਆਂ ਹੋਈਆਂ ਨੇ ਸਾਨੂੰ ਬਹੁਤ ਘੱਟ 1% ਕਹਿ ਸਕਦੇ ਆਪਾਂ ਕਿਉਂਕਿ ਗੇਟ ਦੇ ਉੱਤੇ ਵੀ ਆਪਣੇ ਮੁੰਡੇ ਮੋਇਸਚਰ ਚੈੱਕ ਕਰਦੇ ਆਲਮੋਸਟ 12 11 10:30 ਵੀ ਆਇਆ ਅੱਜ ਸਵੇਰੇ ਵੀ ਆਇਆ ਹੁਣ ਤਾਂ ਨਹੀਂ ਆਉਣਾ ਮੋਇਸਚਰ ਵਾਲਾ ਇੱਕ ਰੋਜ਼ ਦਿਨ ਪਹਿਲੇ ਦਿਨ ਹੀ ਹੁੰਦਾ ਸਰ 2 ਤਰ੍ਹਾਂ ਦੀਆਂ ਰੁਕੀਆਂ ਸਿਰ ਮੋਇਸਚਰ ਕਰਕੇ ਪਹਿਲੇ ਦਿਨ 12.9 ਸੀ ਅਗਲੀ 13.7 ਫਿਰ ਅਸੀਂ 14 ਦਾ ਕਰ ਰਹੇ ਹਾਂ ਵੀ 14 ਕਰ ਦੋ ਇੱਕ ਵਾਰੀ ਤੁਸੀਂ ਸੰਭਾਲੋ ਇਹ ਤਾਂ ਸੁੱਕ ਜਾਣਾ ਕਣਕ ਨੇ ਤਾਂ ਕਿੱਥੇ ਜਾਣਾ ਸੋ ਇਨਕੇ ਕੋਈ ਕਿਸੇ ਕਿਸਮ ਦਾ ਕੋਈ ਪ੍ਰਸ਼ਾਸਨ ਤੋਂ ਜਾਂ ਉੱਪਰੋਂ ਸੈਕਟਰੀ ਲੈਵਲ ਜਾਂ ਪ੍ਰਿੰਸੀਪਲ ਸੈਕਟਰੀ ਲੈਵਲ ਦਾ ਕੰਮ ਸੀਐਮ ਸਾਹਿਬ ਲੈਵਲ ਤਾਂ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ ਦਿੱਕਤਾਂ ਦਾ ਤਾਂ ਉਦੋਂ ਪਤਾ ਲੱਗੂ ਨਾ ਜਦੋਂ ਆਪਾਂ ਅਮਲੀ ਰੂਪ ਚ ਪ੍ਰੈਕਟੀਕਲੀ ਕਰਦੇ ਹਾਂ ਏਸੀ ਕਮਰਿਆਂ 'ਚ ਬਹਿ ਕੇ ਪਾਸ ਬਣਾ ਕੇ ਨਹੀਂ ਕੰਮ ਕਰਨਾ ਇੱਥੇ ਗਰਾਊਂਡ ਤੋਂ ਜਾਣਗੇ ਨਾ ਦਿੱਕਤਾਂ ਨਰਿੰਦਰ ਜੀ ਜਿਹੜਾ ਇਹ ਪਾਸ ਵਾਲਾ ਸਿਸਟਮ ਹੈ ਇਹ ਚਲੋ ਵੈਸੇ ਤਾਂ ਖੈਰ ਨਵੀਂ ਚੀਜ਼ ਹੈ ਬੜਾ ਸੀਰੀਅਸ ਜੌਬ ਹੈ ਜੇ ਇਹ ਲੋਕਲ ਲੈਵਲ ਤੇ ਡੀਸੈਂਟਰਲਾਈਜ਼ਡ ਹੁੰਦਾ ਉਹ ਜ਼ਿਆਦਾ ਇਫੈਕਟਿਵਲੀ ਤਾਂ ਮੈਨੇ ਹੋਊਗਾ ਮਾਰਕੀਟ ਕਮੇਟੀ ਬਣਾਉਂਦੀ ਮਾਰਕੀਟ ਕਮੇਟੀ 1-2 ਨੁਮਾਇੰਦੇ ਨਵੀਂ ਚੀਜ਼ ਪ੍ਰੋਬਲਮ ਆਉਂਦੀਆਂ ਉੱਥੇ ਹੋਰ ਲੈਵਲ ਦੀਆਂ ਆ ਜਾਂਦੀਆਂ ਜੀ ਲੋਕਲ ਐਸਡੀਐਮ ਨੂੰ ਹੈਡ ਬਣਾਉਂਦੇ ਉਹ ਜ਼ਿਆਦਾ ਪ੍ਰੈਕਟੀਕਲ ਸੀਗਾ ਹੁਣ ਨਹੀਂ ਐਕਚੁਅਲੀ ਹੋਣਾ ਕੀ ਮੈਡਮ ਹਾਲਾਤ ਇਹੋ ਜਿਹੇ ਹੋ ਗਏ ਬਸ ਨਹੀਂ ਉਹ ਬਸ ਠੀਕ ਹੈ ਤੁਹਾਡੀ ਉਹਦੇ ਚ ਉਹਨਾਂ ਨੇ ਇੱਕ ਬੇਸਿਕਲੀ ਹੋਇਆ ਕਿ ਕੋਸ਼ਿਸ਼ ਤਾਂ ਇਹ ਹੈ ਕਿ ਇੱਥੇ ਲੋਕਾਂ ਦੀ ਘੱਟ ਤੋਂ ਘੱਟ ਆਮਦ ਹੋਵੇ ਲੋਕਾਂ ਦੀ ਡਿਸਟੈਂਸਿੰਗ ਮੇਨਟੇਨ 14 ਮੰਡੀਆਂ ਸੀਗੀਆਂ ਜੀ ਆਪਣੇ ਖਿਲਾਫ ਦੀਆਂ ਸ਼ੈਲਰ ਪਾ ਕੇ 31 ਹੋ ਗਈਆਂ ਮਤਲਬ ਡਬਲ ਤੋਂ ਉੱਪਰ ਵੱਧ ਗਈ ਜਿੱਦਾਂ ਗਵਰਨਮੈਂਟ ਐਫਰਟ ਦਾ ਉੱਪਰੋਂ ਬਿਊਰੋਕ੍ਰੇਸੀ ਦੇ ਕਰਨੇ ਦੀ ਉਹਦੀ ਕਾਬੂ ਜੇ ਤੁਸੀਂ ਉਹ ਤਾਂ ਗੱਲ ਕਰ ਲਓ ਨਾ ਸੈਕਟਰਾਂ ਵਾਲਿਆਂ ਨਾਲ ਜਿਵੇਂ ਜੇ ਉਹਨਾਂ ਦੀ ਕਿਸਾਨਾਂ ਨਾਲ ਇਹ ਗੱਲ ਹੁੰਦੀ ਹੈ ਕਿ ਸਾਡੇ ਕੋਲੇ ਜਿੰਨੀ ਮਰਜ਼ੀ ਰੱਖ ਜਾਓ ਪਰ ਸਾਈਡ ਤੇ ਭਰਾਂਗੇ ਅਸੀਂ ਉਨੀ ਜੋ ਆਪ ਭਾਵੇਂ ਰਾਖੀ ਕਰ ਲੈਣ ਬਿਲਕੁਲ ਜੀ ਕਿਸਾਨ ਆਪ ਰਾਖੀ ਕਰ ਲੈਣ ਬਾਉਂਡਰੀ ਵਾਲ ਹੁੰਦੀ ਹੈ ਉੱਥੇ ਬਾਉਂਡਰੀ ਵਾਲ ਦੇ ਅੰਦਰ ਤਾਂ ਹੋ ਜਾਊਗਾ ਨਾ ਬਿਲਕੁਲ ਖੁੱਲੇ ਚ ਰੱਖਣ ਨਾਲੋਂ ਜਾਂ ਉੱਥੇ ਉਹਨਾਂ ਕੋਲ ਤਰਪਾਲਾਂ ਵੀ ਹੋਣਗੀਆਂ ਠੀਕ ਹੈ ਨਾ ਸੋ ਇਹ ਤੁਸੀਂ ਆਪਣੇ ਲੈਵਲ ਤੇ ਮੈਡਮ ਡਿਸੀਜਨ ਲੈ ਮੈਂ ਡੀ 7 ਨੂੰ ਕਹਿ ਦਿੰਦਾ ਮੈਂ ਕੱਲ ਗੱਲ ਕੀਤੀ ਸੀ ਉਹਨਾਂ ਨੂੰ ਕਹਿੰਦੇ ਮੈਂ ਗੱਲ ਕਰ ਠੀਕ ਹੈ ਨਾ ਕੋਈ ਹੋਰ ਕਿਸੇ ਕਿਸਮ ਦੀ ਕੋਈ ਦਿੱਕਤ ਹੋਵੇ ਸਾਨੂੰ ਇੰਟਰ
डिस्टेंस है। ठीक है अच्छा ਤੇ ਬਾਰਦਾਨਾ ਵਗੈਰਾ ਆਦਾ ਨਾ ਆ ਗਿਆ ਜੀ ਪਾਣੀ ਦੇਣ ਦਾ ਪਹਿਲਾਂ ਆ ਗਿਆ ਸੀ ਇੱਕ ਟਰੱਕ ਜੀ ਹਾਂ ਉਹ ਇਹਨਾਂ ਨੂੰ ਬੰਦਾ ਬੰਦ ਹੋ ਗਈ ਸੀ ਜੀ ਆਪਾਂ ਵੀ ਨਵਾਂ ਪਲਾਟ ਆ ਗਿਆ ਤੇ ਮਾਰਕੀਟ ਦਾ ਹੈਗਾ ਹਾਲ ਦੀ ਪਹਿਲੀ ਚੱਲ ਨਹੀਂ ਇੱਥੇ ਐਫਸੀ ਨਹੀਂਗਾ ਇਹ ਐਸੇ ਹੀ ਹੈ ਜੀ ਅੱਛਾ ਤੇ ਹੁਣ ਲਿਫਟਿੰਗ ਦਾ ਕਿਵੇਂ ਹੈ ਜੈਪਨ ਦਾ ਵਧੀਆ ਤਰੀਕੇ ਨਾਲ ਜੀ ਟਰੱਕ ਦਾ ਮਾਰਕੀਟ ਦੇ ਨੇ ਜੀ 17 ਹੈ ਜੀ ਤੇ ਕਾਨਗਰੇਨ ਤੇ ਚੱਲ ਰਹੀ ਹੈ ਅੱਛਾ ਹਾਂਜੀ ਇੱਥੇ ਏਜੰਸੀ ਇੱਕ ਦਾ ਮਾਰਕੀਟ ਹੈ ਜੀ ਤੇ ਕਾਨਗਰੇਨ ਐਕਸੀ ਹੈ ਜੀ ਇੱਕ ਐਕਸੀ ਤੇ 5-7 ਲੌਂਗੋਵਾਲ ਤੇ ਟਰੱਕ ਟਰੁੱਕ ਵਗੈਰਾ ਆਉਣ ਲੱਗੇ ਹੁਣ ਸਰ ਲਿਫਟਿੰਗ ਵਾਸਤੇ ਲਿਫਟਿੰਗ ਦਾ ਅੱਗੇ ਹੱਥ ਚੱਲ ਰਹੇ ਨੇ ਟੋਟਲ ਆਪਣੇ ਡਰਾਈਵਰ ਐਕਸਪੈਕਟਡ ਕੀ ਹੈ ਥੋੜਾ ਦੂਰ ਦੂਰ ਭਾਈ ਚੀਮਾ ਮੰਡੀ ਤੇ ਅਨਾਜ ਮੰਡੀ ਦੇ ਵਿੱਚ ਅੱਜ ਆਏ ਟੋਟਲ ਆ ਗਈ ਜੀ ਫੈਕਟਰੀ ਮਾਰਕੀਟ ਕਮੇਟੀ ਜਿਹੜੇ ਨੇ ਉਹ ਸਾਫ ਦੇ ਰਹੇ ਸਾਰੇ 37 ਐਮਪੀ ਹੋ ਗਈ ਜੀ ਕੱਲ ਤੱਕ ਜੀ ਇਹ ਆ ਗਈ ਸੀ ਆਪਣੇ 5535 ਐਮਪੀ ਹਾਂਜੀ ਹਾਂ ਉਹ ਮੰਡੀ ਚਾਹੇ ਜਿਵੇਂ ਬੋਲੀ ਕਾਗਜ਼ ਪੱਤਰ ਜਮਾ ਬਜਾ ਕੇ ਚੱਕਰ ਬਜਾ ਕੇ ਉਹਨੂੰ ਬਾਹਰ ਦੇ ਲਿਆ ਨਹੀਂ ਜਾਂਦੇ ਕਿਉਂ ਕਿ ਚਾਰ ਮਾਗਰ ਦੂਜੇ ਦਿਨ ਬੀਤੀ ਜਾਂਦੀ ਹੈ ਜਰਾ ਕੱਚ ਨਾ ਕਰੋ ਕੰਪਿਊਟਰ ਵਧੀਆ ਚੱਲਦਾ ਇਹ ਆਪਾਂ ਨੂੰ ਸ਼ੈਲਰ ਵੀ ਟੱਚ ਕੀਤੇ ਨੇ ਐਤਕੀ ਸੈਂਟਰ ਹੈਗੇ ਨੇ ਜਿੱਥੇ ਕਿੰਨੇ? 12-13 ਸੈਂਟਰ ਨੇ ਜੀ ਉੱਥੇ ਤਾਂ ਡਾਇਰੈਕਟ ਜਾਂਦੀ ਹੋ ਨਾ ਉੱਥੇ ਨਹੀਂ ਜੀ ਕੁੱਪਰਾਂ ਨਾਲ ਜਾਂਦੇ ਨੇ ਨਹੀਂ ਕੂਪਨ ਤਾਂ ਹੈਗੇ ਨੇ ਪਰ ਜਾਂਦੇ ਡਾਇਰੈਕਟ ਹੀ ਆ ਹਾਂਜੀ 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 ਹਾਂ ਚਲੋ ਮੈਂ ਗੱਲ ਕਰ ਲੈਣਾ ਉਹ ਸ਼ੈਲਰਾਂ ਵਾਲੇ ਨਾਲ ਤੁਸੀਂ ਗੱਲ ਕਰ ਲਿਓ ਮੈਂ ਐਸਡੀਐਮ ਨਾਲ ਗੱਲ ਕੀਤੀ ਹੈ ਸਨਾਮ ਆ ਹੁਣ ਉਹ ਸ਼ੈਲਰਾਂ ਵਾਲੇ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਭਾਵੇਂ ਵੱਧ ਲਿਆਓ ਪਰ ਉਹ ਘੱਟੋ ਘੱਟ ਸੇਫ ਹੋ ਜੂਗੀ ਉੱਥੇ ਪਰ ਬਾਰਦਾਨਾ ਅਸੀਂ ਤੋਲਾਂਗੇ ਅਸੀਂ ਉਨੀ ਹੀ ਜਿੰਨੇ ਸਾਨੂੰ ਕੂਪਨ ਮਿਲਣਗੇ ਘੱਟੋ ਘੱਟ 4 ਦੀਵਾਰੀ ਦੇ ਅੰਦਰ ਤਾਂ ਚਲੀ ਜਾਊਗੀ ਨਾ ਠੀਕ ਹੈ ਜੀ ਠੀਕ ਹੈ ਇਹ ਤਾਂ ਕਿਸਾਨਾਂ ਤੇ ਉਹਨਾਂ ਕੋਲ ਹੈਗੀ ਜਗ੍ਹਾ ਠੀਕ ਹੈ ਠੀਕ ਤੇ ਹੁਣ ਤੁਸੀਂ ਕੋਸ਼ਿਸ਼ ਇਹੀ ਕਰਨੀ ਹੈ ਜਿਹੜੇ ਹਿਸਾਬ ਤੇ ਮੌਸਮ ਚੱਲ ਰਿਹਾ ਨਾ ਵੀ ਕੋਈ ਇਦਾਂ ਦਾ ਨਾ ਹੋਵੇ ਕਿ ਇੱਕ ਵੀ ਦਾਣਾ ਆਪਣਾ ਰੋਲੇ ਜਾਂ ਅੱਛਾ ਮੌਇਸਚਰ ਵਗੈਰਾ ਦਾ ਕੀ ਹੈ ਹੈ ਤਾਂ ਠੀਕ ਆ ਰਿਹਾ ਜੀ ਜਿਹੜੇ ਅਸੀਂ ਮਤਲਬ ਜ਼ਿਮੀਦਾਰ ਆ ਰਹੇ ਨੇ ਅਸੀਂ ਅਨਾਉਂਸਮੈਂਟ ਵੀ ਕਰਾਈ ਹੈ ਜੀ ਤੇ ਬਾਕੀ ਬੰਦਾ ਖੜਾਇਆ ਸੀ ਜਿਹੜਾ ਤਾਂ 13 ਤੱਕ ਆ ਜੀ ਉਹਦਾ ਅਸੀਂ ਐਕਟਰ ਹੁੰਦੇ ਆ ਜੀ ਜਿਹੜਾ ਤੂੰ ਵਾਧਾ ਰਿਹਾ ਜੀ ਉਹ ਜ਼ਿਮੀਦਾਰ ਨੂੰ ਕਹਿੰਦੇ ਨੇ ਵੀ 2 ਦਿਨ ਤੂੰ ਖੜਦਾ ਇੱਥੇ ਤੇਰੀ ਵਿਕਣੀ ਹੈ ਨਹੀਂ ਫਿਰ ਵੀ ਤੈਨੂੰ ਦਿੱਕਤ ਆਊਗੀ ਜੀ ਵੀ ਆਪਦਾ ਉੱਥੇ ਘਰੇ ਸੁੱਟਿਆ ਜਾ ਤੈਨੂੰ ਕਿਤੇ ਜਗ੍ਹਾ ਮਿਲਦੀ ਹੈ ਉਹ ਮੁੜ ਵੀ ਜਾਂਦੇ ਜ਼ਿਮੀਦਾਰ ਸੈਨੀਟਾਈਜ਼ਰ ਹੈਗੇ ਸਾਰੇ ਸਾਡੇ ਤੇ ਹੈਗੀ ਹੈ ਇਹ ਕਰਤੀ ਕੋਲੇ ਆਰਤੀਆਂ ਨੇ ਨਾ ਹੋਰ ਇਹਦੀ ਕਹਿੰਦੇ ਅਸੀਂ ਲੇਬਰ ਵਾਲਿਆਂ ਨੂੰ ਦਿੱਤੇ ਹੋਏ ਨੇ ਸਾਡੇ ਹੈਗੇ ਜਦੋਂ ਟੈਂਕੀ ਲਾਈ ਹੋਈ ਹੈ ਅੱਛਾ ਉਹ ਖਾਲਾ ਦੂਜੇ ਪੈਰ ਨਾਲ ਉਹ ਹੈਂਡ ਫੜੀ ਜਾਂਦੀ ਪਰ ਉਹਦੇ ਏਰੀਆ ਚ ਮੰਚਰ ਚ ਆਈ ਹੈ ਲੱਗੀ ਹੁੰਦੀ ਕਿੰਨੇ ਪਰਸੈਂਟ ਹੈ ਉਹਦੇ ਮੰਚਰ ਚ ਆਈ ਜਿੰਦਰ ਆ ਕਿੰਨੇ ਪਰਸੈਂਟ ਹੈ ਇੱਥੇ ਦੀ ਗੱਲ ਹੈ ਕਾਇਦਾਰ ਕਰ ਦਿੰਦਾ ਕਿੰਨੇ ਪਰਸੈਂਟ 12 ਚ ਆ ਗਈ 12 ਤਾਂ ਲੈਣੀ ਹੈ ਫਿਰ ਚੱਕੀ ਨਹੀਂ ਕੋਈ ਚੱਕੀ ਉਹ ਚ ਮਾੜਾ ਮੋਟਾ ਹਰਾ ਦਾਣਾ ਆ ਰਿਹਾ ਜਿਹੜੇ ਅੱਜ ਕੱਲ੍ਹ ਡਿੱਗੀਆਂ ਹੋਈਆਂ ਨਾ ਆ ਰਹੀਆਂ ਨਾ ਮਾੜਾ ਮੋਟਾ ਹਰਾ ਦਾਣਾ ਇਹਦੇ ਵਿੱਚ ਤਾਂ ਹੁਣ ਇੰਨਾ ਨਾ ਕਰਨਾ ਹੁਣ ਐਮਰਜੈਂਸੀ ਦਾ ਮੌਕਾ ਹੈ ਉਹਦਾ ਕੀ ਹੈ ਉਹਦਾ ਕੀ ਹੈ, ਰੱਬ ਨਾ ਕਰੇ ਇੱਕ ਪਤਾ ਕੀ ਹੈ, ਰੱਬ ਨਾ ਕਰੇ ਜੇ ਲਾਕਡਾਊਨ ਲੰਬਾ ਚੱਲ ਗਿਆ ਨਾ ਹਾਰੇ ਨਾਲ ਨੂੰ ਵੀ ਦੱਸਾਂਗੇ ਆਪਾਂ ਉਹ ਤਾਂ ਫਿਰ ਇੰਸਪੈਕਟਰ ਨੂੰ ਕਹੋ ਨਾ ਜੀ ਹਾਂ ਨਾਲੇ ਜੀ ਬਹੁਤ ਬਹੁਤ ਚਾਹੀ ਆਂਦਾ ਯਾਰ ਹੁਣ ਵੀ ਤੁਸੀਂ ਸ਼ਰਤਾਂ ਰੱਖ ਰਹੇ ਹੋ ਜੇ ਨਾ ਹੀ ਹੋਵੇ 12 ਤੋਂ ਵੱਧਾ ਹੋਵੇ ਰੱਖੀ ਨਾ ਹੋ ਕਰਨ ਸਾਰੀ ਰਾਤ ਨਹੀਂ ਵੜੇ ਰਹੇ ਮੀਂਹ ਚ ਕੁਝ ਨਹੀਂ ਹੋਵੇ ਕਿਤੇ ਆ ਜਾਏ ਤਾਂ ਚੱਲਦਾ ਹੋਣਾ ਥੋੜੇ ਪਿੱਛੇ ਹੋ ਜੀ ਥੋੜੇ ਥੋੜੇ ਮੈਂ ਹੋ ਜੀ ਕਿੱਥੇ ਨੇ ਟਿਕਟਾਂ ਕਿੱਥੇ ਨੇ ਸੈਕਟਰੀ ਸਾਹਿਬ ਹੁਣ ਜਿਵੇਂ ਆ ਮੁੰਡਾ ਕਹਿੰਦਾ ਵੀ 12% ਤੇ ਆ ਗਈ ਸੀਗੀ ਉਹ ਕਹਿੰਦਾ ਵੀ ਹਰਾ ਦਾਣਾ ਬਾਅਦ ਚ ਆਪਾਂ ਹਰੇ ਦਾਣੇ ਨੂੰ ਵੀ ਤਰਸਾਂਗੇ ਜੇ ਲੰਬਾ ਚੱਲ ਗਿਆ ਲੋਕਾਂ ਇੱਕ ਦੀ ਦੇਰੀ ਵਿੱਚ ਕਾਹਦਾ ਤੁਸੀਂ ਕਲੀਅਰ ਕਰਾਓ ਆ ਹੁਣ ਆ ਮੋਇਸਚਰ ਘਟਾਊਗਾ ਜਾਂ ਬਤਾਊਗਾ ਜਿਹੜਾ ਉੱਪਰੋਂ ਅੱਜ ਤੱਕ ਕਦੇ ਮੋਇਸਚਰਾਂ ਦਾ 3-4 ਦਿਨ ਰੌਲਾ ਹੁੰਦਾ ਮੁੜ ਕੇ ਅੱਜ ਤੱਕ ਕਦੇ ਮੋਇਸਚਰਾਂ ਦਾ ਚਾਹੇ ਝੋਨੇ ਚਾਹੇ ਕਣਕ ਕਦੇ ਕਿਸੇ ਨੇ ਪੁੱਛਿਆ
ਕਿਉਂ ਕੋਈ ਬਾਤ ਨਹੀਂ ਚਕਾਓ ਦਾ ਕੁਝ ਹੁੰਦਾ ਹੈਗਾ ਜਦੋਂ ਗਰੀਬਾਂ ਨੂੰ ਬਣ ਜਾ ਕਣਕ ਉਹ ਇਹੋ ਜਿਹੀ ਹੁੰਦੀ ਹੈ ਜੀ ਦਾਣੇ ਨਹੀਂ ਪੱਕੇ ਹੁੰਦੇ ਨੇ ਮਿੱਠਾ ਹੁੰਦਾ ਉਹ ਤਾਂ ਮੋਇਸਚਰ ਦੇਖਦੇ ਨੇ ਨੋ ਮੈਂ ਸੈਂਟਰ ਗਵਰਨਮੈਂਟ ਨੂੰ ਅੱਜ ਲਿਖਿਆ ਪ੍ਰਧਾਨ ਮੰਤਰੀ ਨੂੰ 14% ਕਰੋ ਇਹਨੂੰ ਮੋਇਸਚਰ ਨੂੰ ਸਾਡੀ ਕਣਕ ਪ੍ਰੋਬਲਮ ਇਹ ਆ ਦੇਖੋ ਨਾ ਹੁਣ ਮੇਰੇ ਵੀ ਹੁਣ ਕੀ ਹੱਥ ਜਾਂਦਾ ਹੈ ਤੁਸੀਂ ਚਕਾਓ ਜੀ ਇਹ ਖਾਤਾ ਜਿਹੜੀ ਬੋਲੀ ਚ ਆ ਗਈ 12 ਚ ਆ ਗਈ ਤੇ ਹੁਣ ਇਹਦਾ ਤੁਸੀਂ ਥੋੜੀ ਨਹੀਂ ਤਾਂ ਤੋਂ ਵੱਧ ਜਾਂਦਾ ਠੀਕ ਹੈ ਨਾ ਸੋ ਇੱਕ ਰਹਿਣ ਦਾ ਪਾਣੀ ਪੂਣੀ ਦਾ ਪ੍ਰਬੰਧ ਹੈਗਾ ਹੈ ਲੋਕ ਕਹਿੰਦੇ ਭਾਈ ਦਾ ਤੇ ਬੈਠੇ ਨੇ ਕੋਈ ਸਾਡੇ ਛੋਟੇ ਕੋਈ ਗੱਲ ਵਾਲੇ ਜੀ 2 ਦਿਨ ਹੋ ਗਏ ਲਾਈਟ ਖਰਾਬ ਹੋ ਜਾਂਦੀ ਆ ਹੁਣ ਸਾਰੇ ਪੱਕੇ ਖੜੇ ਨੇ ਕਿਵੇਂ ਖਰਾਬ ਲਾਈਟ ਖਰਾਬ ਨਹੀਂ ਹੁੰਦੀ ਜੀ ਲਾਈਟ ਨਾ ਜਿਹੜੀ ਮੰਨ ਲਓ ਸਵੇਰ ਤੋਂ ਲੈ ਕੇ 10 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਕੱਟ ਲੱਗਦੀ ਹੈ ਜਾਂ ਵੀ ਲਾਈਨਾਂ ਚੱਲਦੀਆਂ ਨੇ ਆਊਟ ਦਾ ਬੋਲ ਹੈ ਕਿ ਹਾਂ ਹਾਂਜੀ ਹਾਂ ਉਹ ਮੱਝਾਂ ਦਾ ਲੱਗਾ ਉਗੜੇ ਖੇਤਾਂ ਨੂੰ ਪਿੰਡ ਨੂੰ ਕੱਟ ਲਾ ਦੇਣੀ ਮੰਡੀ ਨੂੰ ਨਾ ਮੰਨ ਲਓ ਜਿਹੜੀ ਲੈਂਡ ਹੈ ਜੀ ਖੇਤਾਂ ਵਿੱਚ ਵੀ ਆਉਂਦੀਆਂ ਖਬਰੇ ਜੀ ਮੰਡੀ ਨੂੰ ਜਿਹੜੀਆਂ ਖੇਤਾਂ ਵਿੱਚ ਵੀ ਆਉਂਦੀਆਂ ਨੇ ਅਸੀਂ ਤਾਂ ਕਰਕੇ ਬੰਦ ਕਰ ਅਸੀਂ ਤਾਂ ਤੁਹਾਡੇ ਨਾਲ ਆਂਗੇ ਉਹਦਾ ਬਿਜਲੀ ਵਾਲਾ ਵੀ ਪ੍ਰੋਬਲਮ ਮੈਂ ਗੱਲ ਕਰ ਲੈਂਦਾ ਮੈਂ ਐਸਯੂ ਨਾਲ ਗੱਲ ਕਰ ਲੈਣਾ ਮੰਡੀ ਹੈ ਉਹਨੇ ਕਹਿੰਦਾ ਮਤਲਬ ਕਿ ਖੇਤਾਂ ਦਾ ਫੀਡ ਉਹਦੇ ਆ ਉਹਦੇ ਨਾਲ ਹੀ ਅਸੀਂ ਉਹ ਕਹਿੰਦੇ ਐਸਪੀ ਸਾਹਿਬ ਦਾ ਇਹ ਜਵਾਬ ਸੀਗਾ ਜੀ ਸਾਡਾ ਕਰਾਂ ਸੀਗਾ ਮੇਰੀ ਵੀ ਗੱਲ ਹੋਈ ਕਿ ਇੱਥੇ ਆਪ ਕੇ ਨਹੀਂ ਬਾਤ ਮੰਡੀ ਦਾ ਪੈਸੇ ਲੱਗੀ ਤਾਂ ਕਹਿੰਦੇ ਵੀ ਮੰਡੀ ਦੀ ਅੱਡ ਲੈ ਬਾਜੀ ਉਹ ਕਹਿੰਦਾ ਵੀ ਜਿਹੜੀਆਂ ਲੈਣਾ ਆਉਂਦੀਆਂ ਨੇ ਕੰਮ ਤੋਂ ਮੰਡੀ ਦੇ ਵਿੱਚ ਆਉਂਦੀਆਂ ਨੇ ਖੇਤਾਂ ਵਿੱਚ ਨਹੀਂ ਹੋਣਾ ਜੀ ਨਹੀਂ ਪਰ ਇਹ ਪ੍ਰੋਬਲਮ ਕਦੀ ਨਹੀਂ ਆਈ ਇਹ ਤਾਂ ਸ਼ਹਿਰ ਦੀ ਮੰਡੀ ਹੈ ਇਹ ਸ਼ਹਿਰ ਨਾਲ ਹੀ ਲੈਂਦਾ ਪਿੰਡ ਨਾਲ ਜਾਂ ਸ਼ਹਿਰ ਨਾਲ ਤਾਂ ਹੈਗੀ ਹੈ ਜੀ ਹਰਮਨ ਜੀ ਸਾਹਿਬ ਕੌਣ ਹੈ 100 ਅੱਛਾ ਲਾਈਟ ਦੇਖੋ ਹੁਣ ਤਾਂ ਕੰਮ ਨਵੇੜ ਵਾਲਾ ਕੰਮ ਤੇ ਕਰੋ ਨਹੀਂ ਵਧੀਆ ਚੱਲੀ ਪਰ ਉਹ ਤਾਂ ਬਹੁਤ ਘੱਟ ਆਊਗੀ ਤੁਹਾਡੇ ਸੈਲਰ ਕਿੰਨੇ ਬਾਅਦ ਆਉਂਦੀ ਆ ਉਹ ਰਹਿ ਜਾਂਦੀ ਆ ਸੈਲਰ ਕਿੰਨੇ ਨੇ ਬਾਈ ਉੱਥੇ ਜੀ 16 ਉਹ ਤੁਹਾਡੇ ਕੋਲ 16 ਸੈਲਰਾਂ ਦੇ ਵੀ ਘੱਟ ਗਏ ਤੇ ਹੁਣ ਜੇ ਇਹਦੇ ਵਿੱਚ ਵੀ ਆਪਾਂ ਰੂੜੀ ਜਾਵਾਂਗੇ ਫਿਰ ਕੀ ਫਾਇਦਾ ਹੋਇਆ ਸਤਿ ਸ਼੍ਰੀ ਅਕਾਲ ਜੀ ਮੈਂ ਭਗਵੰਤ ਮਾਨ ਬੋਲ ਰਿਹਾ ਜੀ ਐਸਪੀ ਸਰ ਮੈਂ ਚੀਮਾ ਮੰਡੀ ਦੇ ਵਿੱਚ ਇਸ ਵਕਤ ਅਨਾਜ ਮੰਡੀ ਚ ਆਣਾ ਜਿਹੜੀ ਲਾਈਟ ਕੱਟਦੇ ਆਪਾਂ ਦਿਨੇ 10 ਤੋਂ 6 ਫਿਰ ਪੱਖੇ ਨਹੀਂ ਚੱਲਦੇ ਜੀ ਵਿਚਾਰ ਕਿਵੇਂ ਲੱਗੂਗਾ ਜੀ ਨਹੀਂ ਖੇਤਾਂ ਵਿੱਚ ਤਾਂ ਨਹੀਂ ਆਉਂਦੀ ਇਹ ਤਾਂ ਮੰਡੀ ਨੂੰ ਤਾਂ ਸਪੈਸ਼ਲ ਹੈ ਸਾਡੀ ਕਲੋਨੀ ਦਾ ਕੰਮ ਚੱਲ ਰਿਹਾ ਜੀ 12 ਤੋਂ ਉਹ ਲੋਕ ਪਿੰਡ ਦੇ ਇੱਥੋਂ ਤੱਕ ਕਹਿਣ ਨੂੰ ਤਿਆਰ ਨੇ ਕਿ ਸਾਡੀ ਘਰਾਂ ਵਾਲੀ ਕੱਟ ਲਓ ਪਰ ਮੰਡੀ ਵਾਲੀ ਕਰਕੇ ਝਾੜ ਲੱਗ ਕੇ ਉੱਤੋਂ ਮੌਸਮ ਖਰਾਬ ਹੋਈ ਜਾਂਦਾ ਸਰ ਤੁਸੀਂ ਕੋਆਪਰੇਟ ਤਾਂ ਕਰੋ ਨਾ ਮੰਡੀ ਆ ਸਾਹਮਣੇ ਗ੍ਰਿਡ ਹੈ ਜੀ ਇੱਥੇ ਤੱਕ ਵੀ ਨੁਕਸ ਹੈ ਤੇ ਇੱਥੇ ਤਾਂ ਬੈਟਰੀ ਵੀ ਵੱਜ ਜਾਂਦੀ ਹੈ ਹਾਂਜੀ ਮੰਡੀ ਨੂੰ ਨਹੀਂ ਕੱਟਣਾ ਕਿਉਂਕਿ ਮੰਡੀ ਐਮਰਜੈਂਸੀ ਸਮਝੋ ਤੁਸੀਂ ਇਸ ਵਕਤ ਆਹ ਗੱਲ ਐਮਐਲਏ ਸਾਹਿਬ ਨਾਲ ਗੱਲ ਕਰੀ ਐਸਡੀਓ ਸਾਹਿਬ ਅਸੀਂ ਠੀਕ ਹੋ ਬਿਜਲੀ ਬੋਰਡ ਤਾਂ ਤਰਸਦਾ ਫਿਰਦਾ ਹੈ ਵੀ ਸਾਡੇ ਕੋਲ ਪ੍ਰੋਡਕਸ਼ਨ ਵੱਧ ਹੈ ਤੇ ਕੰਜ਼ੰਪਸ਼ਨ ਹੈ ਨਹੀਂ ਤੇ ਮੰਡੀ 'ਚ ਜਿੱਥੇ ਦਿਨ ਰਾਤ ਲੋੜ ਹੈ ਪੱਖੇ ਦੀ ਤੇ ਉੱਥੇ ਲਾਈਟ ਆ ਨਹੀਂ ਰਹੀ ਹੈਗੀ ਕੀ ਚੱਕਰ ਹੈ ਇਹ ਚਲੋ ਜੋ ਵੀ ਹੈ ਉਹਨੂੰ ਕੰਪਲੀਟ ਕਰਾਓ ਹਾਂ ਹੁਣੇ ਕਰਾਓ ਠੀਕ ਹੈ ਨਾ ਜੇ ਤੁਹਾਡੇ ਲੈਵਲ ਤੇ ਹੁਣੇ ਕਰ ਦੋ ਜੇ ਕੋਈ ਉੱਪਰ ਵੱਡੇ ਟੈਕਨੀਕਲ ਲੈਵਲ ਤੇ ਹੋਇਆ ਤਾਂ ਦੱਸ ਦਿਓ ਮਾਨਸੋ ਅਸੀਂ ਗੱਲ ਕਰ ਲਾਂਗੇ ਟਾਰਗੇਟ ਕਿੰਨਾ ਹੋ ਗਿਆ ਸਰ ਆਪਣਾ ਜੀ ਤਕਰੀਬਨ 250 ਰੁਪਏ ਹੋ ਚੁੱਕੀ ਹੈ ਹਾਂਜੀ ਤਕਰੀਬਨ ਆਪਣੀ ਉਮੀਦ ਹੈ ਕਿ ਆਪਾਂ 5000 ਰੁਪਏ ਆਪਾਂ ਕਵਰ ਕਰ ਲਈਏ ਤੇ ਪਰ ਡੇ ਤੁਹਾਡਾ ਕਿੰਨਾ ਟਾਰਗੇਟ ਪਰ ਡੇ ਸਰ ਆਪਣਾ 320 ਹੈ ਅੱਛਾ ਤੇ ਬਾਰਦਾਨਾ ਵਗੈਰਾ ਹੈਗਾ ਹਾਂਜੀ ਸਰ ਬਾਰਦਾਨਾ ਦੀ ਲਿਫਟਿੰਗ ਸ਼ੁਰੂ ਹੋ ਗਈ ਹਾਂਜੀ ਹੈ ਹਾਂਜੀ ਸਰ ਉਸੇ ਦਿਨ ਕਲੀਅਰ ਹੋ ਜਾਂਦੀ ਹੈ ਸਰ ਜਿੰਨਾ ਕੱਲ ਤੱਕ ਕੰਪਲੀਟ ਹੋਇਆ ਸੀ ਜੀ ਪਰਸੋਂ ਅੱਜ ਸਾਰਾ ਕੰਪਲੀਟ ਹੋ ਜੂਗਾ ਜਗ੍ਹਾ ਤੁਹਾਡੇ ਕੋਲ ਹੈਗੀ ਹੈ ਪਹਿਲਾਂ ਹਾਂਜੀ ਪਲੀਜ਼ ਕੋਈ ਪ੍ਰੋਬਲਮ ਕਿਉਂਕਿ ਇੱਕਦਮ ਹੋ ਗਈ ਹੈ ਜੀ ਹੁਣ ਨਹੀਂ ਸਰ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਜਿੰਨੀ ਕਿ ਪਰਚੇਜ ਹੋ ਰਹੀ ਹੈ ਕੱਲ ਤੱਕ 250 ਸੀ ਆਪਣੀ ਜੀ ਹਾਂ। ਮਾਰਚ ਫੜ ਸੀ ਜੀ ਤੇ ਮਾਰਚ ਫੜ 400 ਸੀ ਤੁਹਾਡੇ ਨਾਲ ਕੋਈ ਸੈਲਰ ਵੀ ਲੈਟਰ ਜੀ ਹਾਂਜੀ ਸੈਲਰ ਹਾਂਜੀ ਕਿੰਨੇ ਨੇ
ਸਰ ਆਪਣੇ ਕੋਲੇ 6-7 ਸਾਲਾਂ ਵਿੱਚ ਵੜ ਗਿਆ ਅੱਛਾ ਹਾਂਜੀ ਜਿਹਨਾਂ ਨੂੰ ਮੰਡੀ ਜਾੜ ਤੋਂ ਡਿਕਲੇਅਰ ਕਰਵਾਇਆ ਤੇ ਸੱਤਾ ਚ ਡਾਇਰੈਕਟ ਜਾਂਦੀ ਹੈ ਨਾ ਹਾਂਜੀ ਜਾਂ ਥਰੂ ਮੰਡੀ ਜਾਂਦੀ ਹੈ? ਹਾਂ ਸਿੱਧੀ ਜਾਂਦੀ ਹੈ। ਸੈਕਟਰੀ ਸਾਹਿਬ ਨੂੰ ਕਰਵਾਏ ਹੋਏ ਨੇ ਜੀ ਹਾਂ ਹਾਂ ਡਿਵੀਜ਼ਨ ਉਸ ਹਿਸਾਬ ਨਾਲ ਜਾਣਦੇ ਜਿਹੜੇ ਆੜਤੀ ਸ਼ੈਲਰ ਚ ਨੇ ਜੀ ਉਹ ਸ਼ੈਲਰ ਚ ਜਿਹੜੇ ਮੰਡੀ ਚ ਨੇ ਮੰਡੀ ਚ ਠੀਕ ਹੈ। ਕੋਈ ਟਾਰਗੇਟ ਨਹੀਂ ਹੈ ਕਿ 45 ਦਿਨ ਹੀ ਚਲਾਉਣਾ। ਜੇ ਤੁਸੀਂ 35 ਦਿਨਾਂ 'ਚ ਖਤਮ ਕਰ ਲਓਗੇ 30 ਦਿਨ 'ਚ ਖਤਮ ਕਰ ਲਓਗੇ ਤਾਂ ਤੁਹਾਨੂੰ ਐਪਰੀਸ਼ੀਏਟ ਕੀਤਾ ਜਾਊਗਾ। ਆਪਣਾ ਤਾਂ ਇਹ ਆ ਵੀ ਦਾਣਾ ਚੱਕਿਆ ਜਾਵੇ ਤੇ ਸੇਫਲੀ ਉਹ ਸੈਲਰਾਂ 'ਚ ਜਾਂ ਜਿਹੜੇ ਅਨਾਜ ਭੰਡਾਰ ਨੇ ਉਹਨਾਂ 'ਚ ਪਹੁੰਚ ਗਏ। ਜ਼ਰੂਰੀ ਥੋੜੀ ਕਿ 45 ਦਿਨ ਹੀ ਚਲਾਉਣ। ਨਹੀਂ ਸਰ ਆਪਾਂ ਤੁਹਾਡੇ ਕੋਲ ਕਿਉਂਕਿ ਆਪਣੇ ਕੋਲ ਮੰਡੀਆਂ ਡਬਲ ਤੋਂ ਜ਼ਿਆਦਾ ਹੋ ਗਈਆਂ ਹੁਣ, ਠੀਕ ਹੈ ਨਾ। ਆਪਣੇ ਕੋਲੇ ਸੈਲਰ ਵੱਧ ਗਏ ਨਾ ਹੁਣ, 200 ਸਮਥਿੰਗ ਤਾਂ ਸੈਲਰ ਵੀ ਹੋ ਗਿਆ। 200 ਪਹਿਲਾਂ ਮੰਡੀਆਂ ਸੀ। ਤੇ ਆਪਾਂ ਤਾਂ ਸਭ ਘਟਾਉਣਾ ਚਾਹੀਦਾ ਆਪਾਂ ਤੋਂ ਸੀਜ਼ਨ। ਕੋਸ਼ਿਸ਼ ਇਹ ਹੈ ਕਿ ਜਿੰਨੀ ਜਲਦੀ ਆਪਣੇ ਭਰਾਵਾਂ ਨੂੰ ਦਿੱਕਤ ਨਾ ਆਵੇ ਹੋ ਸਕੇ ਤੁਸੀਂ ਦਿਖਾਓ। ਹਾਂ ਕੋਈ ਮੋਇਸਚਰ ਦੇ ਚੱਕਰ ਤੇ ਵਾਲਾ ਨਾ ਕੱਲ ਤੁਹਾਡੇ ਕਿੰਨੇ ਤੇ ਚੈੱਕ ਕੀਤੇ ਤੇ ਕਿੰਨੀਆਂ ਉਸ ਚੋਂ ਰਿਜੈਕਟ ਕਿੰਨੀਆਂ ਹੋਈਆਂ ਨੇ? ਸਰ ਰਿਜੈਕਟ ਕੋਈ ਖਾਸ ਨਹੀਂ ਹੋ ਰਹੀ ਜੀ, ਸਾਰੇ 5-10% ਹੋ ਰਹੀ ਜੀ, ਬਾਕੀ ਕੁਝ ਨਾ ਕਰੋ। ਉਹ ਵੀ ਨਾ ਕਰੋ, ਛੱਡੋ ਯਾਰ। ਮੇਨ ਤਾਂ ਉਹ ਚਲੋ ਠੀਕ ਹੈ, ਤੁਹਾਡਾ ਕੰਮ ਤਾਂ ਉਨੇ ਹੀ ਜਿੰਨੇ ਕੂਪਨ ਇਸ਼ੂ ਹੋਣਗੇ ਤਾਂ ਉਨੇ ਹੀ, ਪਰ ਇੱਥੇ ਆ ਕੇ ਜੇ ਰਿਜੈਕਟ ਹੋਊਗਾ ਤਾਂ ਉਹ ਕੰਮ ਗੜਬੜ ਹੈ। ਨਹੀਂ ਸਰ ਕੋਸ਼ਿਸ਼ ਇਹ ਵੀ ਕੰਪਲੀਟ ਜਿੰਨੀ ਉਹ ਨਵੇੜੀ ਚਲੋ। ਉਹ ਤੁਸੀਂ ਹੁਣ 1% 2% ਉੱਪਰ ਨੀਚੇ ਨਾ ਦੇਖੋ, ਨਵੇੜੀ ਚਲੋ ਕਿਤੇ ਨਹੀਂ ਸਰਕਾਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ। ਸਰਕਾਰ ਦੇ ਮਾਸਟਰ ਜਦੋਂ ਜਿਹੜੇ ਆਪਾਂ ਗਰੀਬਾਂ ਨੂੰ ਆਟਾ ਕਣਕ ਵੰਡਦੇ ਨੇ ਉਹ ਕਿਹੋ ਜਿਹੀ ਹੁੰਦੀ ਹੈ? ਉਹ ਗੱਲ ਚੈੱਕ ਕੀਤੀ ਕਿਸੇ ਨੇ? ਉਹ ਪਸ਼ੂ ਵੀ ਨਹੀਂ ਖਾਂਦੇ ਉਹਨੂੰ। ਉਹ ਜਦੋਂ ਇੱਥੋਂ ਚੱਕਦੇ ਆ ਤਾਂ ਕੱਲਾ ਦਾਣਾ ਚੈੱਕ ਕਰਨਾ। ਜੋ ਸਾਡੇ ਕੋਲੇ ਆਉਂਦਾ ਉਹੀ ਤਾਂ ਪਤਾ ਨਹੀਂ ਕਿਹੜਾ ਦਾਣਾ ਉਹ। ਹਾਂ ਇਹਨਾਂ ਨਾ ਕਰੋ ਯਾਰ, ਐਮਰਜੈਂਸੀ ਦਾ ਮੌਕਾ ਹੁਣ ਤਾਂ ਕੋਈ ਹਾਂ ਬੇਲ ਆਊਟ ਕਰੋ ਯਾਰ ਕਿਸਾਨਾਂ ਨੂੰ। ਐ ਨਾ ਕਰੋ ਵੱਡੀਆਂ ਇੰਡਸਟਰੀਆਂ ਨੂੰ ਟੋਲ ਟੈਕਸ ਵਾਲਿਆਂ ਨੂੰ ਖੜਿਆਂ ਨੂੰ ਪੈਸੇ ਮਿਲਣਗੇ ਲੋਕ ਮੇਰੀ ਗੱਲ ਕਰ ਰਹੇ ਜਿਨ੍ਹਾਂ ਦਾ ਧਿਆਨ ਆ ਠੀਕ ਹੈ ਜੀ। ਮਾਰ ਤਾਂ ਬਿਜਲੀ ਨੂੰ ਭੇਜੀ ਹੈ ਵੱਡਿਆਂ ਨੂੰ ਕਾਹਨੂੰ ਮਾਰ ਪੈਣੀ? ਹਾਂ ਸਾਰਿਆਂ ਨੂੰ ਬੇਲ ਆਊਟ ਕਰ ਦੇਣਗੇ ਉਹ ਸਾਰੀਆਂ ਏਅਰਲਾਈਨਾਂ ਨੂੰ ਪੈਸੇ ਮਿਲ ਜਾਣਗੇ ਖੜਿਆਂ ਨੂੰ। ਕਿਸਾਨਾਂ ਨੂੰ ਬੇਲ ਆਊਟ ਆਪਾਂ ਹੀ ਕਰ ਸਕਦੇ ਹਾਂ ਯਾਰ ਛੋਟੇ ਲੈਵਲ, ਠੀਕ ਹੈ ਨਾ। ਤੋ ਇਸ ਗੱਲ ਦਾ ਖਿਆਲ ਰੱਖਿਓ। ਕੋਈ ਕਿਸੇ ਕਿਸਮ ਦੀ ਦਿੱਕਤ ਆਵੇ ਪ੍ਰਸ਼ਾਸਨ ਨਾਲ ਗੱਲ ਕਰਨੀ ਹੈ ਤਾਂ ਸਾਨੂੰ ਕਰਨਾ ਚਾਹੀਦਾ, ਠੀਕ ਹੈ ਨਾ। ਓਕੇ ਬਾਈ ਚਲੋ ਓਕੇ ਜੀ, ਅੱਛਾ ਜੀ। ਤੇ ਐਫਸੀਆਈ ਵਾਲਾ ਜਿਹੜਾ ਟਰੱਕਾਂ ਵਾਲਾ ਸੀ ਮਸਲਾ ਕੱਲ ਹੱਲ ਹੋ ਗਿਆ ਸੀ ਉਹ? ਹਾਂਜੀ ਆ ਗਿਆ। ਸਾਧਨ ਆ ਗਿਆ। हाँ आज लिफ्टिंग हो जाएगी। अच्छा 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 तो कितना एक्सपेक्ट करते हो हवेली का? ये तो सर हीट के ऊपर है। नहीं आपके पास शेलर भी टैग है ना? शेलर हाँ 2 टैग है। 2 शेलर टैग है। अच्छा तो परचेज स्टार्ट हो गई आपकी? 5 सब की तो पहले से 5 तो लिफ्टिंग नहीं हुई कौन सा पड़ेगी? थोड़ा दूर हो लिफ्टिंग हो कितों? हाँ मॉइस्चर वगैरह का कितना % तक करता है? 12 थोड़ा ज़्यादा स्ट्रिक्ट मत रहना, करीबन 12.5 लीटर, क्योंकि अब जो मौसम चल रहा है वो मॉइस्चर को बढ़ाएगा ना। ये तो 11 भी नहीं लेंगे जी, 11 भी नहीं लेंगे जी। आ तो जेड़ा इंस्पेक्टर है ये तो एक भी ढेरी नहीं लाਉਂਦਾ, ਇਹ ਤਾਂ ਆ ਜਿਹੜਾ ਖੜਾ ਹੈ ਇਹਦਾ ਕਿੰਨਾ ਨਹੀਂ ਆ ਜਾਂਦਾ। ਇੱਕ ਮਿੰਟ मैं यही गल कर ਥੋੜਾ ਦੂਰ ਹੋ ਕੇ ਗੱਲ ਕਰ। ਅੱਛਾ ਮੁੱਖ ਮੰਤਰੀ ਕਹੀ ਜਾਂਦਾ 15 ਤਰੀਕ ਤੋਂ ਮੈਂ ਦਾਣਾ ਚੱਕੂ ਪਤਾ ਨਹੀਂ ਕਿਹੜੇ ਵੇਲੇ। ਅੱਜ 4 ਦਿਨ ਹੋ ਗਏ ਮੰਡੀਆਂ ਦੇ ਉੱਤੋਂ ਰੱਬ ਦਾ ਮੌਸਮ ਕਰਿਆ ਵਾ, ਲੋਕ ਤਾਂ ਉਹੀ ਮਰੀ ਜਾਂਦੇ ਨੇ। ਇਹ ਆ ਕੇ ਸਾਨੂੰ ਬਾਹਰਲੇ ਹੋਰ ਮਰੀ ਜਾਂਦੇ ਨੇ।
ਇਹਨੂੰ ਕਣਕ ਬਾਰੇ ਕੀ ਪਤਾ ਵੀ ਕਿਵੇਂ ਕਣਕ ਵੱਢੀ ਦੀ ਆ ਕਿਵੇਂ ਬੀਜੀ ਦੀ ਆ ਲੈ ਪੁੱਛਣਾ ਇਹਨੂੰ ਵੀ ਕਿੰਨਾ ਬੀ ਪਊਗਾ ਇਹਨੂੰ ਐ ਪੁੱਛੋ ਵੀ ਬੀ ਕਿੰਨਾ ਪਊ ਕਿੰਨੇ ਬਿਲਕੁਲ ਇਹਨੂੰ ਇਹ ਬੀ ਬਾਰੇ ਨਹੀਂ ਪਤਾ ਵੀ ਕਿਹੜੀ ਰੁੱਤ ਤੇ ਕਣਕ ਬੀਜੂ ਕਿਹੜੀ ਚ ਵੱਢੂ ट्रकों की वजह से आपकी खरीद शुरू हुई है, अब तक आपको बता रहा है इतना स्ट्रिक्ट मत हो मॉइस्चर पे। देखो सभी को बेल आउट कर देगी गवर्नमेंट, बड़ी बड़ी कंपनियों को बेल आउट कर देगी, जहाजों की कंपनियों को बेल आउट कर दिया जाएगा, लेकिन किसानों को बेल आउट कर सकते हैं हम लोग। अगर लॉकडाउन लंबा चला ना तो हरे दाने के लिए भी तरसेंगे लोग कि हरा दाने मिल जाए खाने के लिए, तो ये हमारी खुराक है यार। इसमें आप इतने स्ट्रिक्ट मत हो। मैं आपके डीएम साहब से बात करूँगा, ठीक है ना, कि 11 को या 11:30 को या 12 तक तो ले ही रहो, कोई दिक्कत नहीं है 12 तक तो मैं आज प्रधानमंत्री को मैंने चिट्ठी लिखी है 14 तक करवाने की कोशिश करें हम, और आ जाएगी तो आप और डीएम से आपके डीएम से बात करूँगा। कल मेरी बात हुई थी जब ट्रकों वाला चल रहा था, ठीक है ना, तो इमीडिएटली क्योंकि मौसम ऐसा है यहाँ पे, अब ये नहीं है कि मॉइस्चर कितना है, अब ये है कि मौसम कैसा है, तो उठा के इसको दाना जो है वो भेजो। अगर कोई प्रशासनिक लेवल पे या लोकल लेवल पे कोई दिक्कत आ रही है तो हमें यार भाई जी थोड़ा जा पीछे ਜਿਹਨੇ ਕੋਈ ਗੱਲ ਹੈ ਕੋਈ ਕੰਮ ਦੀ ਗੱਲ ਕਰਨੀ ਹੈ, ਕੋਈ ਕਿਸੇ ਨੂੰ ਪ੍ਰੋਬਲਮ ਹੈ ਉਹ ਰੋਕੋ, ਬਾਕੀ ਇਹਨਾਂ ਆਪਦਾ ਕੰਮ ਕਰੋ ਜੀ, ਜਿਹੜੇ ਕੰਮ ਵਾਲੇ ਨੇ ਕੰਮ ਕਰ ਲਿਆ, ਬਾਕੀ ਜਿਹੜੇ ਸਾਰੇ ਆਪਦਾ ਕੰਮ ਕਰੋ। ਜਿਹਨੇ ਕੋਈ ਗੱਲ ਕਰਨੀ ਹੈ ਮਾਨ ਸਾਹਿਬ ਨਾਲ ਸਾਡੇ ਨਾਲ ਉਹ ਖੜ ਜਾਓ ਰੇ ਇਹਨੂੰ ਕੋਈ ਗੱਲ ਨਹੀਂ। ਮਾਰਕੀਟ ਇੰਸਪੈਕਟਰ ਹੈਗੇ ਨੇ ਸਾਰੇ, मैं उन्होंने ही गल करना है, कोई गल नहीं, छोटियां गल्लां करना है। तो मतलब क्या है कि इससे पहले दिसंबर जनवरी की बरसात में 5 से 7 मन तक जो क्या आ रहा है वो कम है। अब ऊपर से ये मार, इसका मतलब ये नहीं हमने कोई लिमिट बना ली कि 45 दिन चलाना है सीजन। अगर हम 30 दिन में खत्म कर लेंगे तो शाबाशी मिलेगी आपको, इसका मतलब आपने फास्ट काम किया, ठीक है ना। तो अभी मार्केट में आई नहीं, गेहूँ आया नहीं अभी इस हफ्ते में बहुत रश आएगा एकदम से। तो इसलिए मैं ये कह रहा हूँ कि पहले से प्रिपेयर हो जाओ, इस मंडी को खाली करो जल्दी से जल्दी, ताकि अगली के लिए तैयारी हो, ठीक है ना। कोई दिक्कत आए प्रशासन में तो मैं आपके डीएम से बात करूँ, ठीक है ना। तो 500 वाले नहीं इंस्पेक्टर के मार्केट आज 5000 होगी। आपकी कितनी बचेगी अभी? चल रही है कितनी होगी बात है बात टोटल अपने सेक्टर में होगी कितनी कितने टिकट साहब कितनी रहेगा आते 40 दिन पे बन लो, 40 दिन पे बन लो, क्लियर कर देंगे। घंटा रोज चक्के जाऊंगा 10,000 ਇਹਨੂੰ ਫਿਰ ਪਰਚੇਸ ਦੀ ਉੱਪਰ ਦੇਖ ਕੇ ਪ੍ਰੋਬਲਮ ਮਸਲਾ ਚੱਕੇ ਜਾਣ ਦਾ ਨਹੀਂ ਹੈ ਕਿ ਚੱਕੇ ਤੋਂ ਜਾਊਗਾ, ਪਰ ਸਵਾਲ ਇਹ ਵੀ ਇੰਨੀ ਡਿਫਰੈਂਟ ਅਰਾਈਵਲ ਕਿਵੇਂ ਪ੍ਰੈਕਟੀਕਲ ਹੈ। ਉਹਦਾ ਜਿਹੜੀ ਹੁਣ ਹਫ਼ਤੇ 'ਚ ਚੱਕ ਲੈਂਦੇ ਸੀ ਕਿ 10 ਦਿਨ ਚੱਕ ਲੈਂਦੇ ਸੀ, ਉਹ 40 ਦਿਨ ਉਹ ਤਾਂ ਸਲੋ ਪ੍ਰੋਸੈਸ ਹੈ, ਉਹ ਤਾਂ ਹੋ ਜਾਊਗਾ, ਪਰ ਇੰਨੀ ਦੇਰ ਲੰਬਾ ਸਾਂਭ ਕੇ ਕਿਵੇਂ ਰੱਖਣਗੇ। ਸਭ ਤੋਂ ਵੱਡੀ ਪ੍ਰੋਬਲਮ ਉਹਦੀ ਹੈ ਵੀ ਜਿਹੜਾ ਕੋਈ ਲਿਆ ਆ ਇਹਨਾਂ ਨੇ ਕਹਿਤਾ ਇਹਦਾ ਮੋਇਸਚਰ ਵਾਧੇ ਮੋੜ ਕੇ ਲੈ ਜਾ, ਪ੍ਰੋਬਲਮ ਤਾਂ ਉਹਦੀ ਆਊਗੀ ना। मॉइस्चर गेट पे चेक कर दो, ਉਹੀ ਤਾਂ ਗੱਲ ਹੈ ਨਹੀਂ ਸਫਾਈ ਕਰ ਦਿੱਤੇ ਉਸਕੇ ਬਾਅਦ ਵੀ ਕਰਦੇ नहीं करते ਦੇਖੋ ਗੇਟ ਤੇ ਇੱਥੇ ਕਿੱਥੇ ਹੁੰਦਾ, ਦੇਖੋ ਗੇਟ ਤੇ ਸਹੀ ਹੈ, ਗੇਟ ਤੇ ਸਹੀ ਹੁੰਦਾ ਜੀ। ਗੇਟ ਤੇ 11 ਮੌਲਚਰ ਆਇਆ ਜੀ ਪਰਸੋਂ ਦਾ। आप ऐसा क्यों नहीं करते? ये पिंडा च अनाउंसमेंट कराओ कि भाई 2 दिन ठहर के ले भावे उत्थे खज्जल खुआर होंगे, इत्थे खज्जल खुआरी ज्यादा है जी।
ਨਹੀਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਜੀ ਵੀ ਮਤਲਬ ਵੀ ਮੁਕਤਸਰ ਜ਼ਿਆਰਾ ਆਇਆ ਸੀ ਜੀ ਉੱਥੋਂ ਮੋੜੀਆਂ ਨੇ ਪਰਸੋਂ ਕਰਾਈਆਂ ਉਹੀ ਰਾਤ ਤਾਂ ਅੱਜ ਭਰ ਕੇ ਲਿਆਂਦੀਆਂ ਨੇ ਘਰੋਂ ਅੱਜ ਇਹ ਨਹੀਂ ਉਹ ਮਤਲਬ ਹੁਣ ਮੌਸਮ ਖਰਾਬ ਹੋ ਗਿਆ ਮੁਕਤਾ ਤਾਂ ਖਾਊਗਾ ਜਦੋਂ ਥੱਲੇ ਧਰਤੀ ਦੇ ਥੱਲੇ ਰੇਤੇ 'ਚ ਪਈ ਹੈ ਉਹ ਤਾਂ ਮੁਕਤਸਰ ਵੱਧ ਆਊਗੀ ਪਰ ਉਸ ਟਾਈਮ ਮਾਸਟਰ ਦਾ ਮੈਂ ਅੱਜ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ 14 ਕਰਾਉਣ ਦੀ ਕੋਸ਼ਿਸ਼ ਕਰ ਰਿਹਾ 14 ਨਹੀਂ ਤਾਂ 13 13.5 ਤਾਂ ਹੋ ਹੀ ਜਾਊਗੀ ਜਿਵੇਂ ਪਹਿਲਾਂ 50 ਕੁਇੰਟਲ ਦਾ ਆਪਾਂ ਚੇਂਜ ਕਰਾਇਆ ਕਿ 50 ਕੁਇੰਟਲ ਦਾ ਕੋਈ ਨਹੀਂ ਟਰਾਲੀ ਦਾ ਮਤਲਬ ਟਾਲੀ ਹੈ ਤੇ ਅੱਜ ਕੱਲ ਗੰਨੇ ਵਾਲੀ ਦੱਸੀ ਪੈ ਜਾਂਦੀ ਹੈ ਤੇਰਾ ਮਾਨ ਸਾਹਿਬ ਤੇਰਾ ਇਹਨਾਂ ਤੋਂ ਪੁੱਛ ਕੇ ਤੁਸੀਂ ਵੀ ਲੈ ਲਓ ਜਿਹੜੀਆਂ ਤੁਸੀਂ ਛੱਡ ਕੇ ਜੀ ਮੌਕਾ ਦੇਖ ਲਓ ਸਾਰੀਆਂ ਸੁੱਟੀਆਂ ਨੇ ਜੀ ਮੌਕਾ ਦੇਖ ਲਓ ਜੀ ਇਹਨੇ 11 ਆਈਆਂ ਵੀ ਛੱਡੀਆਂ ਨੇ ਜਿਹੜੀ ਟੈਕਨੀਕਲ ਪ੍ਰੋਬਲਮ ਇਹਨਾਂ ਨੂੰ ਆਉਣੀ ਆ ਹੁਣ ਸਪੋਜ਼ ਮੈਨੂੰ ਪਾਸ ਜਿਹੜਾ ਪਰਸੋਂ ਦਾ ਇਸ਼ੂ ਹੋ ਗਿਆ ਜੇ ਆਪਾਂ ਚਲੋ ਹੁਣ ਤਾਂ ਅੱਗੇ ਮੌਸਮ ਠੀਕ ਹੋ ਜਾਏ ਸਭ ਜੂਗਾ ਉਹ ਜਦੋਂ ਪਰਸੋਂ ਟਰਾਲੀ ਲਿਆਂਦੀ ਉਹ ਮੋਇਸਚਰ ਆ ਗਿਆ 11 ਜੇ ਤਾਂ ਗੇਟ ਤੇ ਚੈੱਕ ਕਰਨਗੇ ਫਿਰ ਕਹਿੰਦੇ ਮੋੜ ਕੇ ਲੈ ਜਾ ਅਗਲਾ ਘਰੇ ਕਿਵੇਂ ਲਾਹੂਗਾ ਸੌਰੀ 13 ਜੇ 13 13.5 ਆ ਗਿਆ ਹੁਣ ਖੇਤ ਤਾਂ ਅਗਲੇ ਤਾਂ ਟੋਕਨ ਮੁਤਾਬਕ ਲੈ ਆਉਣੀ ਆ ਵੱਢ ਕੇ ਜੇ ਉਹ ਅੱਗੇ ਗੇਟ ਤੇ ਮੋੜਨਗੇ ਅਗਲੇ ਘਰੇ ਲਾਹੂਗਾ ਤਾਂ ਔਖਾ ਹੋਊਗਾ ਜੇ ਉਰੇ ਲਾਹੂਗਾ ਤਾਂ ਉਰੇ ਰੂਗਾ ਹੋਰ ਵੀ ਹੈ ਜਦੋਂ ਘਰੇ ਲੈ ਜਾਂਦੀ ਹੈ ਜੀ ਉਹ ਜਿਆਦਾ ਮੁੜਕਾ ਫੜ ਕੇ ਫਿਰ ਵਧੂਗੀ ਸਰ ਸਤਿ ਸ਼੍ਰੀ ਅਕਾਲ ਬੰਦ ਕਮਰੇ ਸਰ ਮੈਂ ਲਾਉਂਗਾ ਮੰਡੀ ਦੇ ਵਿੱਚ ਸੀਗਾ ਜਿੱਥੇ ਇਹਨਾਂ ਨੇ ਆਪਣਾ FCI ਤੇ ਪਨਸਪ ਕੋਲੇ ਆਏ ਦੋਨੇ ਤੇ ਇੱਥੇ ਥੋੜੀ ਜੀ ਇਹ ਹੈ ਕਿ ਹਾਲਾਂਕਿ ਸ਼ੈੱਡ ਹੈਗੇ ਨੇ ਚਲੋ ਪਰ ਫਿਰ ਵੀ ਮੋਇਸਚਰ ਦੇ ਹੀ ਸਾਰਾ ਮੇਨ ਤੇ ਆ ਗਿਆ ਜੀ ਸਰ ਮੈਂ ਅੱਜ PM ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਕਿ ਇਹਨੂੰ ਰਿਲੈਕਸ ਕਰਕੇ 14% ਕਰ ਦਿਓ ਹਨਾ ਤੇ ਮਤਲਬ ਥੋੜਾ ਜਿਹਾ ਆਪਾਂ ਵੀ ਰਿਲੈਕਸ ਕਰੀਏ ਨਾ 12 12:30 ਤੱਕ ਮਤਲਬ 12 ਤੇ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੋਏ ਬੈਠੇ ਨੇ ਤੁਸੀਂ DM ਪਨਸਪ ਤੇ DM FCI ਨਾਲ ਗੱਲ ਕਰੋ ਲੌਂਗੋਵਾਲ ਵਾਲੀ ਮੰਡੀ ਜਿਹੜੀ ਹੈ ਵੱਡਾ ਆਲੇ ਦੁਆਲੇ ਬਹੁਤ ਜ਼ਿਆਦਾ ਪਿੰਡ ਨੇ ਇੱਕਦਮ ਰਸ਼ ਪਊਗਾ ਇਸ ਕਰਕੇ ਦੀ ਕਲੀਅਰ ਕਿਉਂਕਿ ਅੱਜ ਖਰੀਦ ਸ਼ੁਰੂ ਹੋਈ ਆ ਉਹਦੀ FCI ਦੀ ਸੋ ਉੱਤੋਂ ਮੌਸਮ ਖਰਾਬ ਹੈ ਸੋ ਇਸ ਕਰਕੇ ਥੋੜਾ ਜਿਹਾ ਨਾ ਇਹਨੂੰ ਇਹ ਜ਼ਰੂਰੀ ਤਾਂ ਨਹੀਂ ਸਰ ਕਿ 45 ਦਿਨ ਹੀ ਚੱਲੇ ਜੇ ਆਪਾਂ ਪਹਿਲਾਂ ਖਤਮ ਕਰਤਾ ਤਾਂ ਐਪਰੀਸ਼ੀਏਸ਼ਨ ਹੀ ਹੈ ਹਾਂ ਹਾਂ ਬਸ ਫਿਰ ਕੋਈ ਜ਼ਰੂਰੀ ਥੋੜੀ 45 ਦਿਨ ਚਲਾਉਣਾ ਤੁਸੀਂ DM ਪਨਸਪ ਤੇ ਦੇਖੋ ਪਨਸਪ ਨੇ ਤਾਂ ਅੱਜ ਮੁੰਡੇ ਨੇ ਦੱਸਿਆ ਪਨਸਪ ਵਾਲਾ ਮੁੰਡਾ ਖੜੇ 5000 ਕੁਇੰਟਲ ਦੀ ਖਰੀਦ ਅੱਜ ਉਹਨਾਂ ਦੀ ਹੋ ਗਈ ਉਹਨਾਂ ਤੇ ਲਿਫਟਿੰਗ ਵੀ ਹੋਣ ਲੱਗ ਗਈ ਚੀਮੇ ਵੀ ਜਿਹੜੀ ਲਿਫਟਿੰਗ ਹੈ ਠੀਕ ਚੱਲ ਰਹੀ ਹੈ ਮੈਂ ਚੀਮੇ ਵੀ ਜਾ ਕੇ ਆਇਆ ਸਨਾਮ ਵੀ SDM ਸਾਹਿਬਾ ਮੇਰੇ ਨਾਲ ਸੀਗੇ ਤੇ ਉੱਥੇ ਵੀ ਠੀਕ ਹੈ ਕੋਈ ਖਾਸ ਦਿੱਕਤ ਨਹੀਂ ਤੇ ਇੱਥੇ ਜਿਹੜੀ ਥੋੜੀ ਲੌਂਗੋਵਾਲ ਦੀ ਪ੍ਰੋਬਲਮ ਇਹ ਹੈ ਕਿ ਲੇਟ ਸ਼ੁਰੂ ਹੋਇਆ ਕਿਉਂਕਿ FCI ਹੈ ਤੇ ਉਹਨਾਂ ਨੂੰ ਕੋਈ ਜ਼ਿਆਦਾ ਸਟ੍ਰਿਕਟ ਨਾ ਹੋ ਬਹੁਤ ਜ਼ਿਆਦਾ ਸਟ੍ਰਿਕਟ ਨਾ ਹੋ ਮੋਇਸਚਰ ਪ੍ਰਤੀ ਥੋੜਾ ਜਿਹਾ ਬੇਲ ਆਊਟ ਕਿਸਾਨਾਂ ਨੂੰ ਤਾਂ ਆਪਾਂ ਹੀ ਕਰ ਸਕਦੇ ਹਾਂ ਬਾਕੀਆਂ ਨੂੰ ਤਾਂ ਗਵਰਨਮੈਂਟ ਕਰ ਦੂਗੀ ਓਕੇ ਐਡੀ ਸਾਹਿਬ ਕੋਈ ਨਹੀਂ ਕਰ ਲਈ ਗੱਲ ਕੋਈ ਪ੍ਰੋਬਲਮ ਨਹੀਂ ਸਾਡੇ ਨਾਲ ਗੱਲ ਕਰ ਲਿਓ ਹੋ ਰਹਾ ਹੈ ਜੀ ਵੱਡੀ ਮੰਡੀ ਹੈ ਇਹ ਰੋਜ਼ ਅਸੀਂ ਬਹੁਤ ਘੱਟ ਨੇ ਸਾਨੂੰ ਅੱਛਾ ਜੇ ਪਨ ਗ੍ਰੇਨ ਪਈ ਜੀ ਮੈਂ ਕਰਦਾ ਜੋ DC ਨਾਲ ਮੈਂ ਹਰ ਰੋਜ਼ 6 ਵਜੇ ਮੈਂ DC ਤੋਂ ਹਿਸਾਬ ਇੱਕ ਲੈਣਾ ਲਿਸਟ 'ਚ ਪੈ ਗਈ ਕੀਤੀ ਜੀ ਫੇਰ ਫਿਟ ਰਹਾ ਇੱਕ ਮਿੰਟ ਸਾਡੀ ਉੱਤੇ ਨਾ ਜੀ ਜਿਹੜੀ ਆਪਣੇ ਥੋੜਾ ਨਾਲੇ ਤੋਂ ਵੱਧ ਮੰਡੀਆਂ ਦੇ ਸਾਰੇ ਤੋਂ ਵੱਧ ਰੇਟ ਲਾਉਂਦੀਆਂ ਜੀ ਇੱਥੇ ਦੇ ਜਿਹੜੇ ਚੀਮਾ ਦਾ ਮੰਡੀ ਫੇਰ ਆਈ ਜੀ ਮਾਰਕੀਟ ਵਿੱਚ ਵੀ ਉੱਤੇ ਆ ਜੀ ਉੱਥੇ ਤਾਂ 2.5 ਪੌਣੇ ਤੱਕ ਦਿੱਤਾ ਜੀ ਉੱਥੇ ਹੋਗਾ ਜੀ 4 4.5 ਬੰਦੇ ਇਹ ਤਿੰਨ ਏਜੰਸੀਆਂ ਹੋ ਜਾਂਦੀ ਥੋੜਾ ਜਿਹਾ ਕਿਸਾਨ ਵੀ ਛੇਤੀ ਜਾਣ ਲੱਗ ਵੀ ਅੱਛਾ ਦੇਖੋ ਜੀ ਤੇ ਉਹ ਉਹਨਾਂ ਦੇ ਆਪਣੇ ਲੈਵਲ ਦਾ ਕਰ ਦਿਆਂਗੇ ਤਾਂ ਠੀਕ ਹੈ ਜੀ ਪ੍ਰੋਗਰਾਮ ਸਾਡੇ ਪਹਿਲੀ ਵੇਲੇ ਹੁੰਦੀ ਹੈ ਜੀ ਉਹ ਹੈ ਨਹੀਂ ਇਸ ਵਾਰੀ ਇਸ ਵਾਰੀ ਹੈ ਨਹੀਂ ਜੀ ਉਹ ਪਹਿਲਾਂ ਪਹਿਲੀ ਵੇਲੇ ਹੁੰਦੀ ਹੈ ਤਿੰਨ ਏਜੰਸੀਆਂ ਜੀ ਕਈ ਵਾਰ 4 ਵੀ ਹੋ ਜਾਂਦੀਆਂ ਜੀ ਇਹ ਤਿੰਨ ਤਾਂ ਹੁੰਦੀਆਂ ਨੇ ਉਹਨਾਂ ਨੂੰ ਈਡੀ ਸਾਹਿਬ ਜਿਹੜੇ ਲੌਂਗੋਵਾਲ ਹੈ ਨਾ ਇੱਥੇ ਆਉਂਦਾ ਐਵਰੇਜ ਪਿਛਲੀ ਵਾਰ 4,23,000 ਗੱਟਾ ਆਇਆ ਸੀ ਇਸ ਵਾਰ ਵੀ 4.5 ਦੇ ਕਰੀਬ ਆਉਣ ਦੀ ਚਾਹ ਪਰ ਇੱਥੇ ਏਜੰਸੀਆਂ ਸਿਰਫ 2 ਨੇ ਜੀ ਤੇ ਜੇ ਕਿਤੇ ਪਨਗ੍ਰੇਨ ਪਹਿਲਾਂ ਨੋਡਲ ਏਜੰਸੀ ਇਹਨਾਂ ਦੀ ਹੁੰਦੀ ਸੀ ਪਨਗ੍ਰੇਨ ਦਾ ਆਫਿਸ ਵੀ ਹੈਗਾ ਜੇ ਇੱਕ ਅੱਧੀ ਏਜੰਸੀ ਹੋਰ ਹੋ ਜਾਏ ਤਾਂ ਇੱਥੇ ਥੋੜੀ ਲਿਫਟਿੰਗ ਜ਼ਿਆਦਾ ਫਾਸਟ ਹੋ ਜਾਊਗੀ ਸਰ 4.5 ਲੱਖ ਗੱਟੇ ਨੂੰ 2 ਏਜੰਸੀਆਂ ਇੱਕ ਤਾਂ ਸੈਂਟਰ ਦੀ ਆ ਉਹ ਉਹਨਾਂ ਨੂੰ ਤਾਂ ਪਤਾ ਨਹੀਂ ਤੇ ਇੱਕ ਪਨਸਪ ਹੈ ਇੱਕ ਮਿੰਟ MLA ਸਾਹਿਬ ਨਾਲ ਗੱਲ ਕਰਿਓ ਜੀ ਸੁਨਾਮ ਅਮਨ ਅਰੋੜਾ ਹਾਂ AD ਸਾਹਿਬ ਕਹਿੰਦੇ ਕਿ ਅਮਨ ਬੋਲ ਰਿਹਾ ਠੀਕ ਹੈ ਜੀ
ਏਡੀ ਸਾਹਿਬ ਕੱਲ ਨਾ ਮੈਨੂੰ ਇੱਕ ਫੋਨ ਆਇਆ ਸੀਗਾ ਈਲਵਾਲ ਤੋਂ, ਉਹਨਾਂ ਕਹਿੰਦੇ ਇਹ ਦੱਸਿਆ ਸੀਗਾ ਕਹਿੰਦੇ ਵੀ 103 ਪਰਚੇਸ ਸੈਂਟਰ ਜਿਹੜੀ ਤੁਹਾਡੀ ਫਾਈਲ ਪੈਂਡਿੰਗ ਪਈ ਸੀਗੀ ਡਾਇਰੈਕਟਰ ਅਨੰਤਾ ਮੈਡਮ ਕੋਲੇ, ਅਨੰਤਾ ਮਿੱਤਰਾ ਕੋਲੇ, ਉਹ ਕਲੀਅਰ ਕਰਾਉਣ ਵਾਸਤੇ ਮੇਰੀ ਅਨੰਤਾ ਜੀ ਨਾਲ ਗੱਲ ਹੋ ਗਈ ਸੀਗੀ। ਆ ਗਈ ਉਹਦੀ ਫਾਈਲ ਕਲੀਅਰ ਹੋ ਗਈ ਕਿ ਨਹੀਂ? ਪਿੱਛੇ ਹੋ ਜਾਓ, ਰੈਲੀ ਕਰਨਾ ਹੈ ਇੱਥੇ। ਹਾਂਜੀ ਨਹੀਂ ਉਹ ਹੋ ਜਾਊਗਾ, ਉਹਨਾਂ ਦੀ ਕੱਲ ਮੀਟਿੰਗ ਹੋ ਗਈ ਸੀਗੀ ਆਪਣਾ ਮੰਤਰੀ ਜੀ ਨਾਲ, ਉਹ ਤੁਹਾਡੇ 103 ਪਰਚੇਸ ਸੈਂਟਰ ਨੇ ਜਿਹੜੇ ਹੋਰ ਡਿਸਟ੍ਰਿਕਟ ਦੇ ਉਹ ਹੋ ਜਾਣਗੇ ਕਲੀਅਰ। ਹਾਂ ਤੇ ਆ ਤੀਸਰੀ ਏਜੰਸੀ ਜਿਹੜੀ ਇਹ ਵੀ ਕਰ ਦੋ। ਲੌਂਗੋਵਾਲ 4.5 ਲੱਖ ਕੱਟਾ 3 ਏਜੰਸੀਆਂ ਤਾਂ ਕਰੋ ਨਾ ਜੀ। ਓਕੇ ਜੀ, ਓਕੇ ਕਰਦੇ ਆ ਜੀ ਗੱਲ। ਮੈਂ ਸ਼ਾਮ ਨੂੰ ਮੀਟਿੰਗ ਕਰਨੀ ਆ ਡੀਸੀ ਨਾਲ, ਮੈਂ ਹੈਲੋ ਕਰਦਾ, ਮੈਂ ਉਹ ਕਹਿਣਾ ਵੀ ਇੱਕ ਮੈਂ ਐਸੇ ਕੰਮ ਆਏ ਜੀ। ਜਦ ਦੇਖੋ ਸਮੱਸਿਆਵਾਂ ਧਰਤੀ ਤੋਂ ਪਤਾ ਲੱਗਣਗੀਆਂ ਤਾਂ ਅਸੀਂ ਜਾ ਕੇ ਕਹਾਂ ਦੱਸਾਂਗੇ, ਠੀਕ ਹੈ ਕੋਈ ਐਸੀ ਗੱਲ ਮੈਂ ਕੱਲ ਅੱਜ ਸ਼ਾਮ ਨੂੰ ਕਰਕੇ ਠੀਕ ਹੈ। ਸਤਿ ਸ਼੍ਰੀ ਅਕਾਲ। ਬਾਕੀ ਸੈਨੀਟਾਈਜ਼ਰ ਵਗੈਰਾ ਹੈਗੇ ਨੇ ਇੱਥੇ, ਠੀਕ ਹੈ। ਹਾਂ ਮਾਸਕ ਲਾ ਕੇ ਰੱਖਣੇ, ਬਿਮਾਰੀ ਹੈਗੀ ਹੈ ਨਾ ਰਾਜਾ ਦੇਖਦੀ ਹੈ ਨਾ ਰੰਗ ਦੇਖਦੀ ਹੈ, ਸੋ ਬਚਾਅ ਚ ਹੀ ਬਚਾਅ ਕਰਦਾਂਗੇ ਕਰਾਂਗੇ ਅਸੀਂ ਨਾਲ। ਅਸੀਂ ਤਾਂ ਇਹ ਵੀ ਕੰਮ ਕਰ ਰਹੇ ਵੀ ਜਿਹੜੇ ਮੁੱਦੇ ਦੇ ਵਿੱਚ ਮੈਂ ਪ੍ਰਧਾਨ ਮੰਤਰੀ